ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ 30 ਘੰਟਿਆਂ ਦੀ, ਉਹਨਾਂ 30 ਘੰਟਿਆਂ ਦੀ ਜਦੋਂ ਕਿਸਾਨ ਜੇੜ ਦੀ ਤਪਦੀ ਗਰਮੀ ਦੇ ਵਿੱਚ ਸੜਕ ਤੇ ਬੈਠ ਕੇ ਪ੍ਰਦਰਸ਼ਨ ਕਰਦੇ ਰਹੇ। 30 ਘੰਟਿਆਂ ਬਾਅਦ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਮੁਲਾਕਾਤ ਤੋਂ ਮਗਰੋਂ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ, ਧਰਨਾ ਖਤਮ ਕਰ ਦਿੱਤਾ। ਪਰ ਹੁਣ ਸਵਾਲ ਇਹ ਕਿ ਇਹ ਧਰਨਾ 24 ਘੰਟੇ ਪਹਿਲਾਂ ਵੀ ਖਤਮ ਹੋ ਸਕਦਾ ਸੀ। ਅਜਿਹਾ ਕੀ ਹੋਇਆ ਕਿ ਬੁੱਧਵਾਰ ਦੀ ਸਵੇਰ ਸਰਕਾਰ ਦੇ ਤੇਵਰ ਨਰਮ ਪੈ ਗਏ। ਗੱਲ ਤਾਂ ਇਹ ਵੀ ਹੋਣੀ ਜ਼ਰੂਰੀ ਹੈ ਕਿ 30 ਘੰਟੇ ਦੇ ਵਿੱਚ ਹੀ ਧਰਨਾ ਸਮਾਪਤ ਕਰਵਾ ਕੇ ਕਿ ਮਾਨ ਸਰਕਾਰ ਨੇ ਆਪਣਾ ਪਹਿਲਾ ਇਮਤਿਹਾਨ ਚੰਗੇ ਨੰਬਰਾਂ ਨਾਲ ਪਾਸ ਕਰ ਲਿਆ। ਸਵਾਲ ਇੱਥੇ ਵੀ ਹੈ ਕਿ ਸਰਕਾਰ ਦੇ ਕੋਲ ਮੰਗਾਂ ਮੰਨਣ ਤੋਂ ਇਲਾਵਾ ਕੋਈ ਹੋਰ ਬਦਲ ਵੀ ਸੀ ਜਾਂ ਨਹੀਂ। ਖੈਰ ਹੁਣ ਨਜ਼ਰਾਂ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਜਿਹੜੀਆਂ ਮੰਗਾਂ ਸਨ, ਉਹਨਾਂ ਮੰਗਾਂ ਦੇ ਵਿੱਚ ਕੁਝ ਮੰਗਾਂ ਅਜਿਹੀਆਂ ਵੀ ਨੇ ਜਿਨ੍ਹਾਂ ਨੂੰ ਲੈ ਕੇ ਕਿਹਾ ਗਿਆ ਕਿ ਕੇਂਦਰ ਦੀ ਸਰਕਾਰ ਗ੍ਰਹਿ ਮੰਤਰੀ ਤੱਕ ਦੇ ਨਾਲ ਮੁਲਾਕਾਤ ਉਸ ਨੂੰ ਲੈ ਕੇ ਕੀਤੀ ਜਾਵੇਗੀ। ਯਾਨੀ ਕਿ ਹੁਣ ਨਜ਼ਰਾਂ ਕੇਂਦਰ ਸਰਕਾਰ ਵਾਲੇ ਪਾਸੇ ਵੀ ਜ਼ਰੂਰ ਰਹਿਣਗੀਆਂ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਮਾਨ ਸਰਕਾਰ ਨੂੰ ਕੇਂਦਰ ਸਰਕਾਰ ਦਾ ਸਾਥ ਮਿਲੇਗਾ। ਅੱਜ ਚਰਚਾ ਇਹਨਾਂ ਸਾਰੇ ਬਿੰਦੂਆਂ ਦੇ ਉੱਤੇ, ਇਹਨਾਂ ਸਵਾਲਾਂ ਦੇ ਉੱਤੇ ਤੇ ਗੱਲ ਮੋਹਾਲੀ ਮੋਰਚੇ ਦੇ 30 ਘੰਟਿਆਂ ਦੀ ਕਰਾਂਗੇ। ਸ਼ੁਰੂਆਤ ਦੋ ਤਸਵੀਰਾਂ ਦੇ ਨਾਲ ਕਰਨ ਜਾ ਰਹੇ ਹਾਂ। ਬੁੱਧਵਾਰ ਦੀ ਸਵੇਰ ਦੀ ਸ਼ੁਰੂਆਤ ਹੁੰਦੀ ਹੈ ਧਰਨੇ ਦੀਆਂ ਤਸਵੀਰਾਂ ਦੇ ਨਾਲ ਤੇ ਬੁੱਧਵਾਰ ਦੀ ਦੁਪਹਿਰ ਤੇ ਸ਼ਾਮ ਹੁੰਦੀ ਹੈ ਇੱਕ ਜੱਫੀ ਵਾਲੀ ਤਸਵੀਰ ਦੇ ਨਾਲ ਤੇ ਧਰਨੇ ਸਮਾਪਤੀ ਦੇ ਐਲਾਨ ਦੇ ਨਾਲ। ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਔਰ ਇਹ ਤਸਵੀਰਾਂ ਇੱਕ ਪਾਸੇ ਕਿਉਂਕਿ 3 ਘੰਟੇ ਦੀ ਮੀਟਿੰਗ ਹੋਈ ਹੈ, 30 ਘੰਟੇ ਤੱਕ ਧਰਨਾ ਚੱਲਦਾ ਰਿਹਾ ਤਾਂ 30 ਘੰਟੇ ਧਰਨਾ ਚੱਲਦਾ ਰਿਹਾ। ਕਿਸਾਨ ਪੂਰੀ ਤਿਆਰੀ ਦੇ ਨਾਲ ਪਹੁੰਚੇ ਹੋਏ ਸੀ। ਜਦੋਂ ਧਰਨੇ ਦੀਆਂ ਤਸਵੀਰਾਂ ਆ ਰਹੀਆਂ ਸੀ ਤਾਂ ਇਸ ਤਰ੍ਹਾਂ ਲੱਗਣ ਲੱਗ ਗਿਆ ਸੀ ਕਿ ਇਹ ਧਰਨਾ ਕਿਤੇ ਨਾ ਕਿਤੇ ਝਲਕ ਸਿੰਘੂ ਬਾਰਡਰ ਵਾਲੇ ਧਰਨੇ ਦੀ ਦਿਖਾ ਰਿਹਾ ਹੈ। ਤਾਂ ਮੋਹਾਲੀ ਮੋਰਚੇ ਦੇ 30 ਘੰਟਿਆਂ ਦੇ ਬਾਅਦ ਧਰਨਾ ਖਤਮ ਹੋ ਗਿਆ। ਦੀ ਲਵਾਈ ਦੀਆਂ ਮੱਤੀਆਂ ਵਿੱਚ ਤਬਦੀਲੀ ਜਿਹੜੀ ਕੀਤੀ ਗਈ ਹੈ, ਹੁਣ ਸਾਰੇ ਪੰਜਾਬ ਨੂੰ 2 ਜ਼ੋਨਾਂ ਵਿੱਚ ਵੰਡਿਆ ਗਿਆ। ਇਹ ਜਿਹੜੇ ਜ਼ੋਨ ਨੇ ਇਹ ਸਾਡੇ ਕਿਸਾਨ ਲੀਡਰ ਇੱਕ ਅੱਧੇ ਦਿਨ ਦੇ ਵਿੱਚ ਮਾਨ ਸਾਹਿਬ ਨੂੰ ਬਣਾ ਕੇ ਦੇਣਗੇ ਔਰ ਇਹਨਾਂ ਦੀਆਂ ਮਿਤੀਆਂ ਜਿਹੜੀਆਂ 14 ਜੂਨ ਤੇ 17 ਜੂਨ ਜਿਹੜੀਆਂ ਤੈਅ ਕੀਤੀਆਂ ਗਈਆਂ, ਜਾਣਿਆ ਕਿ ਝੋਨਾ ਜਿਹੜਾ 14 ਜੂਨ ਤੋਂ ਲੱਗਣਾ ਜਿਹੜਾ ਸ਼ੁਰੂ ਹੋਊਗਾ ਔਰ ਇਹਦੇ ਨਾਲ ਜਿਹੜੇ ਬਾਰਡਰ ਦੇ ਕਿਸਾਨ ਨੇ, ਜਿਹੜੇ ਬਾਰਡਰ ਦੇ ਕਿਸਾਨ ਨੇ, ਤਾਰਾਂ ਤੋਂ ਪਾਰ ਨੇ, ਜਿਹੜੇ ਸੇਮ ਵਾਲੇ ਨੇ, ਦਰਿਆਵਾਂ ਦੇ ਕੰਢੇ ਜਿਹੜੇ, ਉਹਨਾਂ ਦਾ ਝੋਨਾ ਲੱਗਣ ਦੀ ਜਿਹੜੀ ਡੇਟ ਆ 10 ਜੂਨ ਤੋਂ ਸਟਾਰਟ ਹੋ ਜਾਊਗੀ। ਆਪਣਾ ਜਿਹੜਾ ਮੋਰਚਾ ਇੱਥੇ ਹੀ ਕਿਹੜਾ ਆਪਣਾ ਮੋਰਚਾ ਹੋਰ ਬੇਨਤੀ ਕਰਦੇ ਆ। ਇੱਕ ਹੋਰ ਬੇਨਤੀ ਆ, ਇਹ ਮੋਰਚਾ ਖਤਮ ਨਹੀਂਗਾ, ਇਹ ਮੋਰਚਾ ਖਤਮ ਨਹੀਂਗਾ, ਇਹ ਪੋਸਟਪੋਨ ਹੈ। ਅਗਰ ਲੋੜ ਪਈ ਅੱਗੇ ਸਮੇਂ ਦੇ ਮੁਤਾਬਕ ਹੋਰ ਲੋੜ ਪਈ ਤਾਂ ਫੇਰ ਆਵਾਂਗੇ, ਪਰ ਅੱਜ ਸਾਡੀ ਇਹ ਜਿਹੜੀ ਇਹਨਾਂ ਮੰਗਾਂ ਮੰਨ ਲਈਆਂ ਗਈਆਂ। ਹੋ ਗਿਆ। ਇਸ ਦੇ ਉੱਤੇ ਚਰਚਾ ਅੱਜ ਕਰਾਂਗੇ ਪ੍ਰਾਈਮ ਟਾਈਮ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਹੋਣਗੇ। ਸਵਾਲ ਇਹ ਵੀ ਹੈ ਕਿ 30 ਘੰਟੇ ਤੋਂ ਪਹਿਲਾਂ ਯਾਨੀ 24 ਘੰਟੇ ਕਰੀਬ ਪਹਿਲਾਂ ਇਹ ਧਰਨਾ ਖਤਮ ਹੋ ਸਕਦਾ ਸੀ। ਸਵਾਲ ਇੱਥੇ ਇਹ ਵੀ ਹੈ ਕਿ ਸਰਕਾਰ ਦੇ ਕੋਲ ਕੋਈ ਬਦਲ ਹੋੜ ਸੀ ਇਹਨਾਂ ਮੰਗਾਂ ਨੂੰ ਮੰਨਣ ਤੋਂ ਇਲਾਵਾ, ਕਿਉਂਕਿ ਤੇਵਰ ਮੰਗਲਵਾਰ ਸ਼ਾਮ ਵਾਲੇ ਤੇ ਬੁੱਧਵਾਰ ਵਾਲੇ ਬਹੁਤ ਫਰਕ ਨਜ਼ਰ ਆਏ ਨੇ। ਸਰਕਾਰ ਦੇ ਤੇਵਰਾਂ ਦਾ ਮੈਂ ਜ਼ਿਕਰ ਕਰ ਰਿਹਾ। ਇਸ ਦੇ ਉੱਤੇ ਚਰਚਾ ਕਰਾਂਗੇ। ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਸਾਡੇ ਨਾਲ ਅਹਿਬਾਬ ਸਿੰਘ ਗਰੇਵਾਲ ਜੀ ਜੁੜ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਸੁਖਦੇਵ ਸਿੰਘ ਜੀ ਜੁੜ ਰਹੇ ਨੇ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ ਸਾਡੀ ਅੱਜ ਦੀ ਇਸ ਚਰਚਾ ਦੇ ਵਿੱਚ। ਬਹੁਤ ਬਹੁਤ ਸਵਾਗਤ ਹੈ ਸੁਖਦੇਵ ਜੀ ਤੁਹਾਡਾ। ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਕਰਨੈਲ ਜੀ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਮਨਜੀਤ ਸਿੰਘ ਰਾਏ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ, ਕਿਸਾਨਾਂ ਨੂੰ ਰਿਪਰੈਜ਼ੈਂਟ ਕਰਨਗੇ। ਮਨਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਬੀਜੇਪੀ ਦੇ ਨੁਮਾਇੰਦੇ ਵੀ ਸਟੂਡੀਓ ਦੇ ਵਿੱਚ ਪਹੁੰਚਣਗੇ, ਸਾਡੇ ਨਾਲ ਜੁੜਨਗੇ। ਮੈਂ ਸ਼ੁਰੂਆਤ ਕਰਦਾ ਮਨਜੀਤ ਰਾਏ ਜੀ ਤੁਹਾਡੇ ਤੋਂ। ਸੰਤੁਸ਼ਟ ਹੋ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਕਿ ਜੋ ਚਾਹੁੰਦੇ ਸੀ ਕਿਸਾਨ ਉਹ ਗੱਲਬਾਤ ਉਸ ਤਰੀਕੇ ਨਾਲ ਹੀ ਹੋਈ, ਜੋ ਚਾਹੁੰਦੇ ਸੀ ਕਿਸਾਨ ਉਸ ਤਰੀਕੇ ਨਾਲ ਹੀ ਮੰਗਾਂ ਮੰਨ ਲਈਆਂ ਗਈਆਂ, ਜੋ ਚਾਹੁੰਦੇ ਸੀ ਕਿਸਾਨ ਮੁੱਖ ਮੰਤਰੀ ਉਸ ਤਰੀਕੇ ਨਾਲ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਨਜ਼ਰ ਆਏ? ਮਨਜੀਤ ਸਿੰਘ ਰਾਏ ਜੀ। ਜੀ ਗੌਰਵ ਜੀ, ਮੇਰੀ ਆਵਾਜ਼ ਆਉਂਦੀ ਹੈ ਤੁਹਾਨੂੰ? ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ।
ਹਾਂ ਮੈਂ ਬੇਨਤੀ ਕਰਾਂ ਜੀ ਭਈ ਬਿਲਕੁਲ ਠੀਕ ਹੈ, ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ, ਪਰ ਜੇਕਰ ਕੱਲ ਜਦੋਂ ਮੀਟਿੰਗ ਨੂੰ ਬੁਲਾਇਆ ਸੀ ਕੱਲ ਹੀ ਇਹ ਫੈਸਲਾ ਲੈ ਲੈਂਦੇ ਤਾਂ ਇੱਕ ਰਾਤ ਸੜਕਾਂ ਤੇ ਨਾ ਬਹਿਣਾ ਪੈਂਦਾ। ਮੁੱਖ ਮੰਤਰੀ ਜੀ ਨੇ ਦੇਰੀ ਕੀਤੀ ਹੈ, ਚਲੋ ਦੇਰ ਆਏ ਦਰੁਸਤ ਆਏ। ਕਾਫੀ ਸਾਰੇ ਜਿਹੜੇ ਫੈਸਲੇ ਆ ਉਹ ਢੁਕਵੇਂ ਹੋ ਗਏ ਨੇ ਔਰ ਕੁਝ ਰਹਿ ਗਏ ਨੇ। ਉਹ ਕੁਝ ਜਿਹੜੇ ਭਾਰਤ ਸਰਕਾਰ ਨਾਲ ਰਿਲੇਟਡ ਨੇ, ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ, ਜਿਵੇਂ BBMB ਦਾ ਮਸਲਾ ਹੈ ਔਰ ਬੋਨਸ ਦਾ ਮਸਲਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਰੀਆਂ ਹੋ ਜਾਣਗੀਆਂ, ਪਰ ਮੈਂ ਇਹ ਸਮਝਦਾ ਕਿਤੇ ਨਾ ਕਿਤੇ ਦੇਰੀ ਕੀਤੀ ਹੈ। ਔਰ ਜਿਹੜਾ ਕੱਲ ਭਗਵੰਤ ਮਾਨ ਜੀ ਦਾ ਬਿਆਨ ਆਉਣਾ ਕਿ ਜਿਹੜੇ ਕਿਸਾਨਾਂ ਨੂੰ 2 ਮਹੀਨੇ ਹੋ ਗਏ ਮੁਰਦਾਬਾਦ ਨਹੀਂ ਕੀਤੀ, ਉਹ ਜਿਹੜੇ ਸ਼ਬਦ ਸੀ ਉਹ ਠੀਕ ਨਹੀਂ ਸੀ, ਉਹ ਕੌੜੇ ਸਨ, ਇਦਾਂ ਦੇ ਨਹੀਂ ਬੋਲਣੇ ਚਾਹੀਦੇ। ਜੇਕਰ ਅੱਜ ਮੁੱਖ ਮੰਤਰੀ ਬਣਾਇਆ ਭਗਵੰਤ ਮਾਨ ਜੀ ਨੂੰ ਤੇ ਇਹਨਾਂ ਲੋਕਾਂ ਨੇ ਬਣਾਇਆ, ਅੱਜ ਇਹਨਾਂ ਨੇ ਜਿੱਤ ਵੀ ਦਵਾਈ ਹੈ, ਜਿੰਦਾਬਾਦ ਵੀ ਕੀਤਾ, ਤੇ ਇਹ ਜੇਕਰ ਇਹਨਾਂ ਦੀ ਗੱਲ ਨਹੀਂ ਸੁਣਨਗੇ, ਵਾਹ ਨਹੀਂ ਪੜਨਗੇ ਤਾਂ ਮੁਰਦਾਬਾਦ ਵੀ ਕਹਿਣਗੇ। ਇਹ ਸਹਿਣ ਸ਼ਕਤੀ ਵੀ ਹੋਣੀ ਚਾਹੀਦੀ ਹੈ ਜੀ। ਮੈਂ ਤੁਹਾਡੇ ਤੋਂ ਉਹੀ ਸਵਾਲ ਪੁੱਛ ਰਿਹਾ ਕਿ ਸੰਤੁਸ਼ਟ ਹੋ, ਕਿਉਂਕਿ ਤੁਸੀਂ ਤਾਂ ਜ਼ਿਕਰ ਕਰ ਦਿੱਤਾ ਕਿ ਕੱਲ ਰਾਤ ਕੁਝ ਵੱਖਰੇ ਸੀ ਸੁਰ, ਅੱਜ ਕੁਝ ਵੱਖਰੇ ਨੇ, ਤੇ ਅੱਜ ਵਾਲੇ ਸੁਰ ਪਸੰਦ ਆਏ ਕਿਸਾਨਾਂ ਨੂੰ ਕਿ ਠੀਕ ਹੈ ਚਲੋ ਕੋਈ ਗੱਲ ਨਹੀਂ, ਰਾਤ ਗਈ ਬਾਤ ਗਈ, ਪਰ ਅੱਜ ਦੀ ਸਵੇਰ ਅੱਜ ਦੀ ਦਿਨ ਬਹੁਤ ਵਧੀਆ ਰਿਹਾ। ਨਹੀਂ ਠੀਕ ਰਿਹਾ, ਸੰਤੁਸ਼ਟੀ ਹੈ ਕੁਝ ਹੱਦ ਤੱਕ, ਕਿਉਂਕਿ ਇਹ ਸਾਰੇ ਇੰਪਲੀਮੈਂਟ ਹੋ ਜਾਣ ਫਿਰ ਪੂਰੀ ਸੰਤੁਸ਼ਟੀ ਹੋਏਗੀ। ਇਹ ਜਿੰਨੇ ਫੈਸਲੇ ਮੰਨੇ ਨੇ ਸਰਕਾਰ ਨੇ ਇਹਨਾਂ ਨੂੰ ਇੰਪਲੀਮੈਂਟ ਵੀ ਕਰਨ। ਬਹੁਤ ਸਾਰੀ ਵਾਰੀ ਇਦਾਂ ਹੋਇਆ ਕਿ ਸਰਕਾਰਾਂ ਮੰਨ ਲੈਣੀਆਂ ਪਰ ਉਹਨੂੰ ਇੰਪਲੀਮੈਂਟ ਨਹੀਂ ਕਰਦੀਆਂ, ਅਮਲੀ ਜਾਮਾ ਨਹੀਂ ਪਹਿਨਾਉਂਦੇ, ਤੇ ਇਹਨੂੰ ਅਮਲੀ ਜਾਮਾ ਪਹਿਨਾਉਣ ਫਿਰ ਸੰਤੁਸ਼ਟੀ ਹੋਏਗੀ। ਠੀਕ ਹੈ, ਤੁਸੀਂ ਇੰਪਲੀਮੈਂਟੇਸ਼ਨ ਵਾਲੀ ਗੱਲ ਕਹਿ ਰਹੇ ਹੋ, ਮੈਂ ਉਸ ਪੁਆਇੰਟ ਦੇ ਉੱਤੇ ਆਵਾਂਗਾ, ਪਰ ਉਸ ਤੋਂ ਪਹਿਲਾਂ ਮੈਂ ਰੁਕ ਕਰਦਾ। ਸਾਡੇ ਨਾਲ ਅਹਿਬਾਬ ਗਰੇਵਾਲ ਜੀ ਜੁੜੇ ਹੋਏ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਗਰੇਵਾਲ ਸਾਹਿਬ ਦੇਖੋ, 2 ਕਹਾਵਤਾਂ ਅੱਜ ਬਹੁਤ ਚਰਚਾ ਦੇ ਵਿੱਚ ਨੇ ਜੋ ਕਿਸਾਨ ਆਗੂ ਵੀ ਬੋਲ ਗਏ। ਪਹਿਲੀ ਕਿ ਬਹੁਤ ਦੇਰ ਕਰਦੀ ਜਨਾਬ ਆਤੇ ਆਤੇ, ਤੇ ਦੂਜੀ ਇਹ ਵੀ ਕਿ ਚਲੋ ਦੇਰ ਆਏ ਦਰੁਸਤ ਆਏ। ਇਹ ਜ਼ਰੂਰ ਕਹਿ ਰਹੇ ਨੇ ਕਿਸਾਨ ਆਗੂ ਕਿ ਦੇਰ ਆਏ ਦਰੁਸਤ ਆਏ, ਪਰ ਇਹ ਵੀ ਕਹਿ ਰਹੇ ਨੇ ਕਿ ਬਹੁਤ ਦੇਰ ਕਰ ਦਿੱਤੀ, ਗਰਮੀ 'ਚ ਬਹਿਣਾ ਪਿਆ, ਰਾਤ ਕੱਟਣੀ ਪਈ, ਸੜਕ ਦੇ ਉੱਤੇ ਮੱਛਰਾਂ ਨੂੰ ਵੀ ਦੇਖਣਾ ਪਿਆ, ਸਹਿਣਾ ਪਿਆ, ਉਹਨਾਂ ਨੂੰ ਵੀ ਸਾਰਾ ਕੁਝ ਦੇਖਣਾ ਪਿਆ ਕਿਸਾਨਾਂ ਨੂੰ। ਗੌਰਵ ਜੀ, ਕਿਸਾਨ ਵੀਰਾਂ ਨੂੰ ਮੈਂ ਇੱਕ ਗੱਲ ਕਹੂੰਗਾ, ਦੇਖੋ ਮੈਂ ਸਮਝਦਾ ਇਹਨਾਂ ਦੀ ਬੇਵਿਸ਼ਵਾਸੀ ਕਿੱਥੋਂ ਆਉਂਦੀ ਹੈ, ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਭਰੋਸਾ ਨਾ ਹੋਣਾ ਸਰਕਾਰਾਂ 'ਚ ਕਿੱਥੋਂ ਆਉਂਦਾ। ਇੰਨੇ ਸਾਲਾਂ ਦਾ ਇਹਨਾਂ ਦਾ ਐਕਸਪੀਰੀਅੰਸ ਆ ਵਿਚਾਰਿਆਂ ਦਾ, ਇਹ ਹਰ ਵਾਰੀ ਜਾਂਦੇ ਆ, ਧਰਨੇ ਲਾਉਂਦੇ ਆ, ਸਰਕਾਰਾਂ ਲਾਰੇ ਲਾ ਕੇ ਤੋੜ ਦਿੰਦੀਆਂ ਨੇ। ਅਸੀਂ ਪਹਿਲਾਂ ਕਿਹਾ ਸੀ ਕਿ ਆਓ ਗੱਲ ਕਰ ਲਓ, ਜੀ ਆਇਆਂ ਨੂੰ ਗੱਲ ਕਰੋ, ਤੁਹਾਡੇ ਪੁੱਤਾਂ ਤੁਹਾਡੇ ਭਰਾ, ਆਓ ਰਲ ਕੇ ਆਪਾਂ ਹੱਲ ਕਰੀਏ। ਐਂਡ ਅਸੀਂ ਹੱਲ ਕਰਨ ਨਾਲ ਤੁਰ ਪਏ, ਐਂਡ ਹੱਲ ਹੋਊਗਾ। ਕਿਵੇਂ ਨਹੀਂ ਹੋਊਗਾ ਗੌਰਵ ਜੀ, ਨੀਤਾਂ ਸਾਫ਼ ਹੋਣ ਤੋਂ ਸਭ ਕੁਝ ਹੋ ਜਾਂਦਾ। ਅਸੀਂ ਵਚਨਬੱਧ ਹਾਂ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾਊਗਾ, ਤੇ ਜਦੋਂ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾਊਗਾ, ਬਿਨਾਂ ਕਿਸਾਨਾਂ ਦਾ ਬਚਾਈ ਨਹੀਂ ਜਾ ਸਕਦੀ। ਕਿਸਾਨ ਵੀਰਾਂ ਨੂੰ ਅਸੀਂ ਗੱਲ ਕਹਿੰਦੇ ਆ ਕਿ ਦੇਖੋ, ਅਸੀਂ ਸਮਝਦੇ ਹਾਂ ਕਿ ਤੁਹਾਨੂੰ ਅੱਜ ਤੱਕ ਐਜੀਟੇਸ਼ਨਾਂ ਕਰਨੀਆਂ ਪਈਆਂ। ਅਸੀਂ ਇੱਕ ਬੇਨਤੀ ਇੰਨੀ ਕਰਦੇ ਹਾਂ ਕਿ ਆਓ ਗੱਲ ਕਰੋ। ਤੁਸੀਂ ਪਹਿਲੇ ਇਮਤਿਹਾਨ 'ਚ ਪਾਸ ਸਮਝਦੇ ਹੋ ਖੁਦ ਨੂੰ? ਸਰ, ਅਸੀਂ ਗੱਲ ਕਹਿੰਦੇ ਹਾਂ ਕਿ ਇਮਤਿਹਾਨ ਤਾਂ ਬਹੁਤ ਲੰਬਾ, ਗੌਰਵ ਜੀ, ਪੰਜਾਬ ਦਾ ਤਾਂ ਇੰਨਾ ਸਤਿਆਨਾਸ਼ ਮਾਰਿਆ ਹੋਇਆ ਇਹਨਾਂ ਲੋਕਾਂ ਨੇ, ਇਹ ਇਮਤਿਹਾਨ ਤਾਂ ਲੰਬਾ ਚੱਲਣਾ। ਅਸੀਂ ਇਹ ਕਹਿੰਦੇ ਹਾਂ ਕਿ ਇਮਤਿਹਾਨ ਦੀ ਪਹਿਲੀ ਕੜੀ ਜਿਹੜੀ ਹੈ ਉਹਦੀ ਸ਼ੁਰੂਆਤ ਚੰਗੀ ਹੋਈ ਹੈ। ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਅੱਜ ਤੋਂ ਬਾਅਦ ਜਾਂ ਅੱਜ ਤੋਂ ਪਹਿਲਾਂ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਸੀ, ਹੁਣ ਤੋਂ ਬਾਅਦ ਤੁਹਾਡੇ ਭਰਾ ਬੈਠੇ ਆ, ਆਓ ਗੱਲ ਕਰੀਏ, ਗੱਲ ਕਰਕੇ ਕਿਸੇ ਵੀ ਮਸਲੇ ਦਾ ਹੱਲ ਨਿਕਲ ਜੂਗਾ। ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਦਾ, ਪਰ ਮੈਂ ਮਨਜੀਤ ਜੀ ਇੱਕ ਤੁਹਾਡਾ ਰਿਐਕਸ਼ਨ ਜ਼ਰੂਰ ਚਾਹਾਂਗਾ। ਤਰੀਕਾ ਇਹੀ ਰਹੇਗਾ ਪ੍ਰਦਰਸ਼ਨ ਕਰਕੇ ਗੱਲ ਆਪਣੀ ਪਹੁੰਚਾਉਣ ਦਾ, ਜਾਂ ਫਿਰ ਸਰਕਾਰਾਂ ਸੁਣਦੀਆਂ ਨਹੀਂ ਇਸ ਕਰਕੇ ਇਹੀ ਤਰੀਕਾ ਬਾਕੀ ਬਚਦਾ? ਉਹ ਕਹਿ ਰਹੇ ਨੇ ਕਿ ਆਓ ਗੱਲ ਕਰੀਏ। ਜੇ ਗੱਲ ਕਰਕੇ ਹੁੰਦਾ ਤਾਂ ਫਿਰ ਇੰਨੇ ਕਿਸਾਨਾਂ ਨੂੰ ਮੋਹਾਲੀ ਲੈ ਕੇ ਆਉਣ ਦੀ ਜ਼ਰੂਰਤ ਕੀ ਹੈ, ਜੇ ਇਸ ਤਰੀਕੇ ਨਾਲ ਗੱਲਬਾਤ ਕਰਕੇ ਹੀ ਮਸਲੇ ਹੱਲ ਹੋ ਜਾਂਦੇ ਨੇ? ਗੌਰਵ ਜੀ, ਮੈਂ ਗੱਲ ਕਹਿਣੀ ਚਾਹਾਂਗਾ ਕਿ ਇਹ ਜਿਹੜੀ ਗੱਲ ਵੀਰ ਜੀ ਕਹਿ ਕੇ ਗਏ ਨੇ ਜਾਂ ਤੁਸੀਂ ਕੁਐਸਚਨ ਕੀਤਾ ਹੈ, ਇਹ ਤਰੀਕਾ ਇਹੀ ਰਹੇਗਾ। ਦੇਖੋ, ਸਰਕਾਰ ਨੇ ਪਹਿਲਾਂ ਮੀਟਿੰਗ ਕੀਤੀ ਸੀ, 1 ਹਫ਼ਤੇ ਦਾ ਟਾਈਮ ਦਿੱਤਾ ਸੀ, ਤੇ ਫਿਰ ਦੁਬਾਰਾ ਕਿਉਂ ਨਹੀਂ ਬੁਲਾਇਆ, ਕਿਉਂ ਨਹੀਂ ਸੱਦਿਆ, ਦੇਰੀ ਕਿਉਂ ਹੋਈ? ਇਹਦੇ ਵਿੱਚ ਕਸੂਰਵਾਰ ਸਰਕਾਰ ਹੀ ਹੈ। ਮੈਂ ਕਹਾਂਗਾ ਜੇਕਰ ਸਰਕਾਰ ਬੁਲਾ ਕੇ ਨੂੰ ਗੱਲ ਕਰ ਲਵੇ, ਜਿੱਦਾਂ ਵੀਰ ਜੀ ਨੇ ਕਿਹਾ ਅਸੀਂ ਕਿਸਾਨਾਂ ਦੇ ਪੁੱਤਰ ਆ, ਆਓ ਅਸੀਂ ਗੱਲ ਕਰਨ ਨੂੰ ਤਿਆਰ ਆ, ਤੇ ਪਹਿਲਾਂ ਬੁਲਾਇਆ ਹੁੰਦਾ ਸੀ। ਐਵੇਂ ਇਥੋਂ 10,000 ਦਾ ਡੀਜ਼ਲ ਫੂਕ ਕੇ ਮਾਨਸਾ, ਮੋਗਾ, ਕਿੱਥੋਂ ਫਿਰੋਜ਼ਪੁਰ, ਫਰੀਦਕੋਟ ਤੋਂ ਟਰਾਲੀਆਂ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਗੱਲ ਨਹੀਂ ਕੀਤੀ, ਤੁਸੀਂ ਕਹਿ ਰਹੇ ਹੋ ਪਹਿਲਾਂ ਗੱਲ ਨਹੀਂ ਕੀਤੀ, ਇਗਨੋਰ ਕੀਤਾ ਗਿਆ। ਜੇਕਰ ਕਿਸਾਨ ਆਏ, ਇਹ ਹੁੰਦਾ ਹੈ ਅਕਸਰ। ਅਸੀਂ ਚਾਹੁੰਦੇ ਸੀ ਵੀ ਬਦਲਾਅ ਲੱਭਿਆ, ਬਦਲ ਚ ਲਿਆਂਦਾ ਆਮ ਆਦਮੀ ਪਾਰਟੀ ਨੂੰ, ਤੇ ਬਦਲਾਅ ਨਜ਼ਰ ਆਉਣਾ ਚਾਹੀਦਾ, ਪਰ ਹਾਲੇ ਤੱਕ ਬਦਲਾਅ ਨਹੀਂ ਕੋਈ ਨਜ਼ਰ ਆ ਰਿਹਾ। ਕਿਉਂਕਿ ਸਰਕਾਰਾਂ ਨਾਲ ਲੜ ਕੇ ਹੀ, ਹਮੇਸ਼ਾ ਪ੍ਰੋਟੈਸਟ ਕਰਕੇ ਹੀ ਗੱਲ ਸੁਣੀਆਂ। ਤੁਸੀਂ ਕਹਿ ਰਹੇ ਹੋ ਕਿ ਨਾ ਤਾਂ ਸਾਨੂੰ ਤਰੀਕਾ ਬਦਲਣ ਦਾ ਮੌਕਾ ਮਿਲਿਆ,
ਸਰਕਾਰਾਂ ਬੇਸ਼ੱਕ ਬਦਲੀਆਂ ਨੇ। ਇੱਕ ਛੋਟਾ ਜਿਹਾ ਕਮੈਂਟ ਗਰੇਵਾਲ ਸਾਹਿਬ ਤੁਹਾਡਾ, ਉਸ ਤੋਂ ਬਾਅਦ ਬਾਈ ਕਾਂਗਰਸ ਔਰ ਅਕਾਲੀ ਦਲ ਤੋਂ ਨੁਮਾਇੰਦੇ ਸਾਡੇ ਨਾਲ ਨੇ। ਬਾਈ ਜੀ ਮੌਕਾ ਵੀ ਬਦਲੂਗਾ, ਥੋੜੀ ਜਿਹੀ ਮਿਸਅੰਡਰਸਟੈਂਡਿੰਗ ਹੈ, ਕਮਿਊਨੀਕੇਸ਼ਨ ਗੈਪ ਹੈ, ਕੋਈ ਗੱਲ ਨਹੀਂ। ਤੁਸੀਂ ਕਿਹਾ ਮੁੱਖ ਮੰਤਰੀ ਮਿਲਣ, ਅਸੀਂ ਕਿਹਾ ਮੰਤਰੀ ਮਿਲੇ, ਕੋਈ ਵੱਡੀ ਗੱਲ ਨਹੀਂ ਇਹਦੇ ਚ, ਕੋਈ ਵੱਡੀ ਗੱਲ ਨਹੀਂ। ਪਰ ਇੱਕ ਆਸ਼ਵਾਸਨ ਕਿਸਾਨ ਵੀਰਾਂ ਨੂੰ ਦਿੰਦੇ ਆ, ਤੁਹਾਡੇ ਨਾਲ ਖੜੇ ਆ, ਤੁਹਾਡੇ ਬੱਚੇ ਆ, ਤੁਹਾਡੇ ਪੁੱਤ ਆ, ਤੁਸੀਂ ਪਹਿਲੀ ਵਾਰੀ ਆਪਣੇ ਪੁੱਤ ਚੁਣੇ ਨੇ, ਅਸੀਂ ਨਹੀਂ ਤੁਹਾਨੂੰ ਕਿਤੇ ਵੀ ਪਾਸੇ ਥੱਲੇ ਨਹੀਂ ਲੱਗਣ ਦਿੰਦੇ। ਇਕੱਠੇ ਰਲ ਕੇ ਕੰਮ ਕਰੀਏ, ਆਓ ਇਕੱਠੇ ਰਲ ਕੇ ਕਰਾਂਗੇ ਤਾਂ ਪੰਜਾਬ ਦੀ ਕਿਸਾਨੀ ਬਿਹਤਰ ਹੋ। ਚਲੋ ਠੀਕ ਹੈ, ਸੁਣਨ ਨੂੰ ਵਧੀਆ ਲੱਗ ਰਿਹਾ ਗਰੇਵਾਲ ਸਾਹਿਬ ਕਿ ਜੇਕਰ ਸਰਕਾਰ ਦੇ ਨੁਮਾਇੰਦੇ ਔਰ ਸਰਕਾਰ ਇਸ ਤਰੀਕੇ ਨਾਲ ਗੱਲ ਕਰੇ, ਨਾ ਸਿਰਫ ਕਿਸਾਨ ਬਲਕਿ ਜਿਹੜੀਆਂ ਦੂਜੀ ਜਥੇਬੰਦੀਆਂ ਨੇ, ਜਿਹੜੇ ਟੀਚਰ ਨੇ, ਕੋਈ ਹੋਰ ਪ੍ਰੋਟੈਸਟਰਸ ਨੇ, ਇਸ ਸਮੇਂ ਜੇ ਸਾਰਿਆਂ ਦੇ ਨਾਲ ਬੈਠ ਕੇ ਗੱਲ ਹੋਵੇ, ਉਹਨਾਂ ਦੇ ਮਸਲੇ ਹੱਲ ਹੋ ਜਾਣ, ਤਾਂ ਫਿਰ ਗੱਲਾਂ ਹੀ ਕੀ, ਫਿਰ ਕਿਸੇ ਨੂੰ ਕੋਈ ਸ਼ਿਕਵਾਈ ਕਿਉਂ ਰਹੇ ਸਰਕਾਰਾਂ ਤੋਂ, ਸਮੇਂ ਦੀਆਂ ਸਰਕਾਰਾਂ ਜਾਂ ਅਹੁਦੇਦਾਰਾਂ ਤੋਂ। ਖੈਰ ਮੈਂ ਪੁਆਇੰਟ ਤੇ ਵਾਪਸ ਆਊਂਗਾ। ਮੈਂ ਰੁਕ ਕਰਦਾ ਸੁਖਦੇਵ ਜੀ ਦਾ, ਸਾਡੇ ਨਾਲ ਜੁੜੇ ਹੋਏ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੁਖਦੇਵ ਜੀ, ਲੱਗਦਾ ਸਰਕਾਰ ਪਹਿਲੇ ਇਮਤਿਹਾਨ 'ਚ ਪਾਸ ਹੋ ਗਈ? ਨਹੀਂ ਦੇਖੋ ਗੌਰਵ ਜੀ, ਅੱਜ ਕੋਈ ਫੇਲ ਪਾਸ ਦੀ ਤਾਂ ਗੱਲ ਹੀ ਨਹੀਂ ਹੈਗੀ। ਗੱਲ ਸਰਕਾਰਾਂ ਦੇ ਐਟੀਟਿਊਡ ਦੀ ਹੁੰਦੀ ਹੈ, ਲੀਡਰਸ਼ਿਪ ਦੀ ਐਟੀਟਿਊਡ ਦੀ ਹੁੰਦੀ ਹੈ। ਦੇਖੋ ਜੋ ਜਿਵੇਂ ਗਰੇਵਾਲ ਸਾਹਿਬ ਕਹਿੰਦੇ ਆ ਵੀ ਸੁਣਨ ਨੂੰ ਬੜਾ ਚੰਗਾ ਲੱਗਦਾ, ਪਰ ਦੇਖੋ ਜੇ ਅੱਜ ਸੰਯੁਕਤ ਕਿਸਾਨ ਮੋਰਚੇ ਨੂੰ ਕੱਲ ਧਰਨਾ ਦੇਣਾ ਪਿਆ, ਤਾਂ ਜਦੋਂ ਝੋਨੇ ਦੇ ਲਾਉਣ ਤੇ ਜ਼ੋਨ ਬਣਾਉਣ ਦੀ ਗੱਲ ਸੀ, ਪਹਿਲਾਂ ਹੀ ਉਹਦੇ ਤੇ ਆਪਸ ਚ ਡਿਫਰੈਂਸਸ ਸੀਗੇ, ਪਰ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹ ਡਿਕਲੇਅਰ ਕਰ ਦਿੱਤੇ, ਤੇ ਹੋਰ ਜਿਹੜੀਆਂ ਗੱਲਾਂ ਸੀ ਜਿਨ੍ਹਾਂ ਦਾ ਸਮਾਂ ਦਿੱਤਾ ਗਿਆ ਸੀ ਹਫ਼ਤੇ ਦਾ, ਉਹ ਵੀ ਉਹਨਾਂ ਨੂੰ ਬੁਲਾਇਆ ਨਹੀਂ ਗਿਆ। ਔਰ ਕੱਲ ਵੀ ਮਾਨ ਸਾਹਿਬ ਮਿਲਣ ਦੀ ਬਜਾਏ ਦਿੱਲੀ ਨੂੰ ਚਲੇ ਗਏ, ਟਾਈਮ ਦਿੱਤਾ ਸੀ ਵੀ ਇੱਥੇ ਮਿਲ ਲਵਾਂਗੇ, ਔਰ ਕਹਿ ਗਏ ਜਿਵੇਂ ਸਾਡੇ ਗਰੇਵਾਲ ਸਾਹਿਬ ਕਹਿੰਦੇ ਨਾ ਮੰਤਰੀ ਨੇ, ਉਹਨਾਂ ਨੇ ਕਿਹਾ ਚੀਫ ਸੈਕਟਰੀ ਨੂੰ ਮਿਲ ਲਓ। ਦੇਖੋ ਕਿਤੇ ਨਾ ਕਿਤੇ ਅਫਸਰਸ਼ਾਹੀ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਦਾ ਵਿਸ਼ਵਾਸ ਉੱਠਿਆ। ਔਰ ਦੂਜੀ ਗੱਲ, ਜਦੋਂ ਸ਼ਾਮ ਨੂੰ ਜਦੋਂ ਮਾਨ ਸਾਹਿਬ ਦਾ, ਸਾਡੇ ਸੀਐਮ ਸਾਹਿਬ ਦਾ ਅਸੀਂ ਐਟੀਟਿਊਡ ਦੇਖਿਆ, ਉਹ ਤਾਂ ਕਿਸਾਨੀ ਦਾ ਇਕੱਲੀ ਕੀ, ਟੋਟਲ ਜਿੰਨੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਨੂੰ ਟੀਚਰ ਕਰਦੇ ਨਜ਼ਰ ਆਏ ਵੀ ਤੁਹਾਨੂੰ ਤਾਂ ਜੇ ਨਾਰੇ ਨਾ ਮਾਰੋ, ਤੁਸੀਂ ਇਕੱਠੇ ਹੋ ਕੇ ਨਾ ਆਓ, ਤਾਂ ਤੁਹਾਨੂੰ ਸਵਾਦ ਨਹੀਂ ਆਉਂਦਾ। ਇਸ ਕਿਸਮ ਦੀ ਜਿਹੜੀ ਸ਼ਬਦਾਵਲੀ ਹੈ ਔਰ ਇਸ ਕਿਸਮ ਦੀ ਟੀਚਰ ਆ, ਉਹ ਸੰਘਰਸ਼ੀਲ ਜਥੇਬੰਦੀਆਂ ਦੇ ਵਾਸਤੇ ਚੰਗੀ ਨਹੀਂ, ਕਿਉਂਕਿ ਇੱਕ ਦੁਨੀਆ 'ਚ ਮਿਸਾਲ ਪੈਦਾ ਕੀਤੀ ਹੈ ਸਾਡੀ ਸੰਯੁਕਤ ਕਿਸਾਨ ਮੋਰਚੇ ਨੇ, ਔਰ ਇਹਨੇ ਪ੍ਰੂਵ ਕੀਤਾ ਵੀ ਬਿਨਾਂ ਹਿੰਸਾ ਦੇ ਨਾਲ ਇੱਕ ਲੜਾਈ ਲੰਬੀ ਲੜ ਕੇ ਜਿੱਤੀ ਜਾ ਸਕਦੀ ਹੈ, ਜਿਹੜੀ ਕਿ ਸੈਂਟਰ ਦੇ ਖਿਲਾਫ ਜਿੱਤੀ ਗਈ ਹੈ। ਇਸ ਕਰਕੇ ਕੱਲ ਜਿਹੜਾ ਮਾਮਲਾ ਹੈ, ਜਦੋਂ ਉਹ ਹੋਇਆ, ਅੱਜ ਠੀਕ ਹੈ, ਜਦੋਂ ਇਹ ਕਿਸਾਨ ਸਾਰੀ ਰਾਤ ਫਿਰ ਇਹ ਵਿਚਾਰੇ ਗਰਮੀ ਦੇ ਵਿੱਚ ਤੜਕੇ ਕੀ ਕਹਿੰਦੇ ਹੁੰਦੇ ਨੇ, ਫੁਹਾਰਿਆਂ ਤੇ ਨਹਾ ਰਹੇ ਸੀ ਤਾਂ ਪਬਲਿਕ ਪਲੇਸ ਤੇ, ਤਾਂ ਇਹਨਾਂ ਨੂੰ ਵੀ ਔਖਾ ਲੱਗਿਆ। ਪਰ ਠੀਕ ਹੈ ਵੀ ਸਰਕਾਰ ਨੇ ਤੁਹਾਡੇ ਕਹਿੰਦੇ ਵੀ ਦੇਰ ਆਏ ਦਰੁਸਤ ਆਏ, ਸ਼ਾਮ ਨੂੰ ਆ ਕੇ ਕੀਤਾ, ਤਾਂ ਜੋ ਕਿਸਾਨਾਂ ਦਾ ਪ੍ਰੈਸ਼ਰ ਸੀ, ਉਹਨਾਂ ਦੇ ਪ੍ਰੈਸ਼ਰ ਹੇਠ ਇਹਨਾਂ ਨੂੰ ਇਹ ਗੱਲਾਂ ਇਹਨਾਂ ਦੀਆਂ ਮੰਨਣੀਆਂ ਪਈਆਂ। ਕਿਉਂਕਿ ਇਹ ਗੱਲਾਂ, ਇਹ ਗਰੇਵਾਲ ਸਾਹਿਬ ਜਿਹੜੀ ਗੱਲ ਤਾਂ ਕਰਦੇ ਨੇ ਠੀਕ ਹੈ, ਪਰ ਕੁਝ ਗੱਲਾਂ ਨਾ ਜਦੋਂ ਇਹ ਕਹਿੰਦੇ ਆ ਵੀ ਬੜਾ ਉਲਝਿਆ ਪਿਆ, ਪਰ ਜਦੋਂ ਇਹ ਗੱਲਾਂ ਉੱਠ ਰਹੀਆਂ ਸੀ ਨਾ, ਜਦੋਂ ਪਿੱਛੇ ਐਜੀਟੇਸ਼ਨ, ਕਿਸਾਨ ਐਜੀਟੇਸ਼ਨ ਚੱਲਦੀ ਸੀ, ਸਪੈਸ਼ਲ ਡਿਪਿਊਟ ਕੀਤੇ ਗਏ ਸੀ ਦਿੱਲੀ ਤੋਂ ਇਹਨਾਂ ਨੇ ਬਣਾ ਕੇ ਲੀਡਰ, ਜਦੋਂ ਇਹਨਾਂ ਦੇ ਇੱਥੋਂ ਵਾਲੇ ਲੀਡਰ ਗੱਲ ਨਹੀਂ ਕਰਦੇ, ਗੱਲ ਨੂੰ ਸਮਝਦੇ ਸੀ, ਉਹਨਾਂ ਬੰਦਿਆਂ ਨੂੰ ਲਿਆਂਦਾ ਗਿਆ। ਤੁਸੀਂ ਇਹ ਗੱਲ ਕਹਿ ਰਹੇ ਹੋ, ਦੇਖੋ ਦੋ ਚੀਜ਼ਾਂ ਤੁਹਾਡੀਆਂ ਬਿਆਨ ਤੋਂ ਮੈਨੂੰ ਸਮਝ ਆ ਰਹੀਆਂ। ਇੱਕ ਮਿੰਟ, ਇੱਕ ਗੱਲ ਕਰ ਲਓ, ਉਹ ਜਿਹੜੇ ਕਹਿੰਦੇ ਸੀ ਵੀ ਜੇ ਸ਼ਾਮ ਤੱਕ ਅਸੀਂ ਐਮਐਸਪੀ ਸਾਰੀਆਂ ਗੱਲਾਂ ਤੇ ਨਾ ਦਿੱਤੀ ਤਾਂ ਅਸੀਂ ਗੱਲ ਲਾ ਦੇਾਂਗੇ। ਇਸ ਕਰਕੇ ਸਾਨੂੰ ਵੀ ਪਤਾ ਵੀ ਉਹ ਸਾਰਿਆਂ ਤੇ ਦਿੱਤੀ ਨਹੀਂ ਜਾ ਸਕਦੀ, ਬਹੁਤ ਸਾਰੀਆਂ ਗੱਲਾਂ ਸੈਂਟਰ ਨਾਲ ਕਰਨੀਆਂ ਪੈਣਗੀਆਂ, ਇਹ ਗੱਲ ਅਸੀਂ ਵੀ ਸਮਝਦੇ ਹਾਂ। ਔਰ ਜਦੋਂ ਉਹ ਗੱਲਾਂ ਪਬਲਿਕ 'ਚ ਕਰਦੇ ਸੀ ਨਾ, ਉਹ ਗੱਲਾਂ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਭਰਮ ਭੁਲੇਖੇ ਤਾਂ ਪੈਦਾ ਫਿਰ ਕਰਦੀਆਂ ਨੇ। ਚਲੋ ਮੈਨੂੰ ਉਮੀਦ ਸੀਗੀ ਕਿ ਇਹ ਗੱਲਾਂ ਆ ਕੇ ਅੱਜ ਬੀਜੇਪੀ ਦੇ ਆਗੂ ਕਹਿਣਗੇ, ਸਟੂਡੀਓ 'ਚ ਆ ਚੁੱਕੇ ਨੇ, ਕੁਝ ਹੀ ਪਲਾਂ ਸਾਡੇ ਨਾਲ ਜੁੜਨਗੇ, ਪਰ ਉਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਵੀ ਕਹਿ ਰਹੇ ਨੇ। ਅਹਿਬਾਬ ਗਰੇਵਾਲ ਜੀ, ਤੁਹਾਡਾ ਰਿਐਕਸ਼ਨ ਜ਼ਰੂਰੀ ਹੈ, ਮੈਂ ਐਲੈਬੋਰੇਟ ਕਰਾਂ ਪਰ ਤੁਸੀਂ ਡਾਇਰੈਕਟਲੀ ਇਸ ਦੇ ਉੱਪਰ ਰਿਐਕਟ ਕਰ ਦਿਓ। ਮੈਂ ਸੁਣ ਲਿਆ ਜੀ, ਮੇਰੀ ਗੱਲ ਸੁਣੋ। ਦੇਰ ਆਏ ਦਰੁਸਤ ਹੈ ਤਾਂ ਪੰਜਾਬ ਦੇਰ ਆਇਆ ਦਰੁਸਤ ਹੈ ਜੀ, ਮੇਰੀ ਸੁਣੋ ਗੱਲ। ਅਸੀਂ ਕਹਿੰਦੇ ਆ, ਅਸੀਂ ਤਾਂ ਬੈਠੇ ਐਮਐਸਪੀ ਛੱਡੋ, ਸਾਲ ਡੇਢ ਦੇ ਦਿਓ, ਅਸੀਂ ਤਾਂ ਪ੍ਰੋਫਿਟ ਤੇ ਫਸਲਾਂ ਵੇਚਾਂਗੇ ਕਿਸਾਨਾਂ ਦੀਆਂ, ਮੱਕੀ ਤੇ ਦੇਤੀ, ਮੂੰਗੀ ਤੇ ਦੇਤੀ, ਸਾਨੂੰ ਥੋੜਾ ਜਿਹਾ ਸਮਾਂ ਦਿਓ। ਅਸੀਂ ਜਿੰਨੇ ਅਦਾਰੇ ਤੁਸੀਂ ਡੈਡ ਕੀਤੇ ਹੋਏ ਸੀਗੇ, ਯਕੀਨ ਮੰਨੋ ਕੋਆਪਰੇਟਿਵ ਮਹਿਕਮਾ ਬਣਿਆ ਸੀ ਕਿਸਾਨੀ ਨੂੰ ਬਣਾਉਣ ਲਈ, ਇਹਨਾਂ ਨੇ ਕੋਆਪਰੇਟਿਵ ਬਣਾਤਾ ਕਿਸਾਨੀ ਨੂੰ ਬਰਬਾਦ ਕਰਨ ਦਾ ਜ਼ਰੀਆ। ਕੋਆਪਰੇਟਿਵ ਮਹਿਕਮੇ ਬਣਨਗੇ ਕਿਸਾਨੀ ਨੂੰ ਬਣਾਉਣ ਲਈ, ਜਿਹੜੇ 18-19 ਮਹਿਕਮੇ ਬਣਾਏ ਹੋਏ ਸੀ ਨਾ, ਜਿਹੜੇ ਤਬਾਹ ਕਰ ਰਹੇ ਸੀ ਕਿਸਾਨੀ ਨੂੰ, ਅਸੀਂ ਉਹਨਾਂ ਨੂੰ ਵਰਤਾਂਗੇ ਕਿਸਾਨੀ ਨੂੰ ਖੜਾ ਕਰਨ ਨੂੰ। ਐਂਡ ਇੱਕ ਵਾਅਦਾ ਕਰਦੇ ਹਾਂ ਕਿਸਾਨ ਵੀਰਾਂ ਨੂੰ, ਅੱਜ ਤੋਂ ਬਾਅਦ ਇੱਕ ਗੱਲ ਕਹਿੰਦੇ ਆ, ਸਾਲ ਦੇ ਦਿਓ। ਮਾਨ ਸਾਹਿਬ ਨੇ ਮੰਗਿਆ, ਤੁਹਾਨੂੰ ਐਮਐਸਪੀ ਨਹੀਂ, ਤੁਸੀਂ ਕਹੋਗੇ ਪ੍ਰੋਫਿਟ ਦੱਸੋ ਭਾਈ ਕਿੰਨਾ ਹੋਇਆ, ਪ੍ਰੋਫਿਟ ਵੰਡਾਂਗੇ ਆਪਾਂ ਭਾਈ ਸਾਹਿਬ, ਆਪਾਂ ਰਲ ਕੇ ਕੰਮ ਕਰੀਏ। ਸਾਨੂੰ ਲੋੜ ਨਹੀਂ ਐਮਐਸਪੀ ਦੀ,
ਐਤਕੀ ਲੋੜ ਹੈ, ਕੇਂਦਰ ਨਾਲ ਗੱਲ ਕਰ ਰਹੇ ਆ। ਇਦੋਂ ਬਾਅਦ MSP ਦੀ ਅਸੀਂ ਜ਼ਬਾਨ ਦਿੰਦੇ ਆ, MSP ਦੀ ਲੋੜ ਨਹੀਂ ਪਊਗੀ, ਮਾਰਕੀਟਿੰਗ ਹੋਊਗੀ ਸਰ, ਮਾਰਕੀਟਿੰਗ ਹੋਊਗੀ ਕਿਸਾਨ ਦੀ ਪ੍ਰੋਡਿਊਸ ਦੀ। ਤੇ ਵਾਅਦਾ ਕਰਦੇ ਆ ਕਿ ਕਣਕ ਝੋਨੇ ਦੇ ਫੇਰ ਚੋਂ ਪੰਜਾਬ ਦੇ ਕਿਸਾਨ ਨੂੰ ਕੱਢ ਕੇ ਰਹਾਂਗੇ। ਇੱਕ ਬੇਨਤੀ ਹੈ ਕਿਸਾਨਾਂ ਨੂੰ, ਵੀਰੋ ਗੱਲ ਕਰ ਲਓ, ਕਨਫਰੰਟੇਸ਼ਨ ਤੇ ਨਾ ਚੱਲੋ, ਗੱਲ ਕਰ ਲਓ। ਤੁਹਾਡੇ ਨਾਲ ਖੜੇ ਆ, ਤੁਹਾਨੂੰ ਵੀ ਪਤਾ ਕੀ ਮਜਬੂਰੀਆਂ ਨੇ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਕਰਨੈਲ ਸਿੰਘ ਪੀਰ ਮੁਹੰਮਦ ਜੀ ਸਾਡੇ ਨਾਲ ਜੁੜੇ ਹੋਏ ਨੇ, ਇੰਤਜ਼ਾਰ ਕਰ ਰਹੇ ਨੇ ਕਾਫੀ ਦੇਰ ਦੇ। ਇਨਫੈਕਟ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਵੀ ਜੁੜ ਚੁੱਕੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਕਰਨੈਲ ਪੀਰ ਮੁਹੰਮਦ ਜੀ, ਦੇਖੋ ਮੈਨੂੰ ਯਾਦ ਹੈ ਕਿ ਜਦੋਂ ਕਾਂਗਰਸ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੀ ਸੀ, ਜਦੋਂ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ, ਤਾਂ ਉਹ ਕੁਰਸੀ ਢਾਹ ਕੇ ਬਾਹਰ ਹੀ ਆ ਕੇ ਬੈਠ ਗਏ ਸੀ। ਤਾਂ ਅੱਜ ਇਹ ਉਹ ਸਟਾਈਲ ਤੁਹਾਨੂੰ ਨਜ਼ਰ ਆ ਰਿਹਾ ਹੈ? ਅੱਜ ਤੁਹਾਨੂੰ ਲੱਗ ਰਿਹਾ ਕਿ ਠੀਕ ਹੈ ਸਰਕਾਰ ਨੇ ਵਧੀਆ ਕਦਮ ਚੁੱਕਿਆ, ਕਿਸਾਨ ਧਰਨਾ ਲਗਾਉਣ ਆਏ ਸੀ, ਆ ਕੇ ਉਹਨਾਂ ਨੇ ਗੱਲਬਾਤ ਸਿੱਧਾ CM ਨੇ ਕੀਤੀ, ਮਸਲੇ ਹੱਲ ਕਰ ਦਿੱਤੇ, ਮੰਤਰੀ ਨੂੰ ਭੇਜ ਦਿੱਤਾ, ਉੱਥੇ ਜਾ ਕੇ ਸਭ ਕੁਝ ਧਰਨਾ ਵਾਲੀ ਥਾਂ ਦੇ ਉੱਤੇ ਜਾ ਕੇ ਸੌਰਟ ਆਊਟ ਕਰਕੇ ਧਰਨਾ ਖਤਮ ਕਰਵਾ ਦਿੱਤਾ। ਮੈਂ ਸਿੱਧਾ ਸਵਾਲ ਪੁੱਛ ਰਿਹਾ ਕਿ ਤੁਹਾਨੂੰ ਲੱਗਦਾ ਕਿ ਸਰਕਾਰ ਦਾ ਸਟਾਈਲ ਵਧੀਆ ਤੇ ਇਹ ਇਮਤਿਹਾਨ ਪਹਿਲਾਂ ਸੀ ਤੇ ਪਾਸ ਹੋ ਗਈ ਸਰਕਾਰ? ਦੇਖੋ ਗੱਲ ਇਹ ਆ ਕਿ ਪੰਜਾਬੀ ਦੀ ਕਹਾਵਤ ਹੈ ਨਾ, ਕੜੀ ਘੋਲਣੀ। ਦੇਖੋ ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ। ਜਿਹੜੀ ਆਮ ਆਦਮੀ ਪਾਰਟੀ ਹੈ, ਇੱਕ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆਪਣੇ ਆਪ ਨੂੰ ਖਵਾਉਂਦੀ ਹੈ। ਔਰ ਇਹ ਗੱਲ ਕਹਿੰਦੇ ਕਿ ਅਸੀਂ ਰਾਜਨੀਤੀ ਵੱਖਰੇ ਤੌਰ ਤੇ ਕਰਦੇ ਆ, ਤੇ ਜੇ ਵੱਖਰੇ ਤੌਰ ਤੇ ਰਾਜਨੀਤੀ ਕਰਦੇ ਆ ਤੇ ਜਿਹੜੇ ਧਰਨੇ ਪ੍ਰਦਰਸ਼ਨ ਨੇ ਕਿਉਂ ਹੁੰਦੇ ਨੇ? ਕਿਸਾਨ ਸੜਕਾਂ ਤੇ ਕਿਉਂ ਆਉਂਦਾ, ਮਜ਼ਦੂਰ ਸੜਕਾਂ ਤੇ ਕਿਉਂ ਆਉਂਦਾ? ਸਭ ਤੋਂ ਮੇਨ ਗੱਲ ਤਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਜਿਹੜਾ ਕਿਸਾਨ ਸੰਘਰਸ਼ 1 ਸਾਲ ਚੱਲਿਆ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਪਹਿਲੇ ਦਿਨ ਤੋਂ ਹੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਦੇ ਸਰਚ ਵਾਰੰਟ ਨਿਕਲ ਰਹੇ ਨੇ, ਉਹਨਾਂ ਦੇ ਘਰਾਂ ਤੱਕ ਬੈਂਕਾਂ ਵਾਲੇ ਪਹੁੰਚ ਰਹੇ ਨੇ। ਫਿਰ ਬਿਜਲੀ ਦਾ ਮੁੱਦਾ ਆ ਗਿਆ ਕਿ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਮੁਹੱਈਆ ਨਹੀਂ ਹੋ ਰਹੀ। ਫਿਰ ਉਸ ਤੋਂ ਬਾਅਦ ਆ ਜਿਹੜੇ ਝੋਨੇ ਦੀ ਲਵਾਈ ਦਾ ਮਸਲਾ ਆ ਗਿਆ ਕਿ ਕਿਹੜੀ ਤਰੀਕ ਸਹੀ ਹੈਗੀ ਏ। ਉਹ ਸਾਰੇ ਦੇ ਵਿੱਚ ਕਿਸਾਨ ਲਗਾਤਾਰ, ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਡਿਬੇਟ ਚੱਲਦੀ ਰਹਿੰਦੀ ਜਿਵੇਂ ਆਪਾਂ ਕਰ ਰਹੇ ਹਾਂ, ਤਾਂ ਉਸ ਦੇ ਵਿੱਚ ਇਹਨਾਂ ਨੂੰ ਨਬਜ ਪਹਿਚਾਨਣੀ ਚਾਹੀਦੀ ਸੀ। ਜਿਵੇਂ ਰਾਏ ਸਾਹਿਬ ਨੇ ਦੱਸਿਆ ਕਿ ਕੱਲ ਤੇ ਅੱਜ ਦੇ ਵਿੱਚ ਫਰਕ ਕੀ, ਮੈਂ ਕਹਿੰਦਾ ਕਿ ਚੰਗਾ ਸ਼ੁਭ ਸਗਨ ਹੈ ਜੇ ਦੇਰ ਆਏ ਦਰੁਸਤ, ਕਿ ਇਹ ਕਿਸੇ ਤਰ੍ਹਾਂ ਦੀ ਕਨਫੈਡਰੇਸ਼ਨ ਜਿਹੜੀ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਝਗੜੇ ਵਾਲਾ ਮਾਹੌਲ ਇਹ ਨਹੀਂ ਹੋਣਾ ਚਾਹੀਦਾ। ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਜਿਹੜਾ ਕਿਸਾਨ ਹੈ ਉਹ ਹਰ ਪੱਖੋਂ ਜਿਹੜਾ ਖੁਸ਼ਹਾਲ ਰਿਹਾ ਹੈ, ਹਰ ਪੱਖੋਂ ਮਜ਼ਬੂਤ ਰਿਹਾ ਹੈ, ਕਦੇ ਵੀ ਉਹਨੂੰ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਪਏ। ਵੱਖਰੀ ਗੱਲ ਹੈ ਕਿ ਜਿਹੜਾ ਖੁਦਕਸ਼ੀਆਂ ਦਾ ਮਸਲਾ ਹੈ, ਇਹ ਕਹਿੰਦੇ ਸੀ ਕਿ ਜਿਹੜੀ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰਾਂ ਵੇਲੇ ਖੁਦਕਸ਼ੀਆਂ ਹੁੰਦੀਆਂ ਨੇ, ਲੇਕਿਨ ਇਹ ਗਰੇਵਾਲ ਸਾਹਿਬ ਦੱਸਣ ਕਿ ਜਦਨ ਦੀ ਇਹਨਾਂ ਦੀ ਸਰਕਾਰ ਬਣੀ ਹੈ ਕਿ ਇਹ ਖੁਦਕਸ਼ੀਆਂ ਰੁਕ ਗਈਆਂ ਨੇ। ਕੀ ਕਿਸਾਨ ਹੁਣ ਰਾਤੋਂ ਰਾਤ ਤੁਸੀਂ ਖੁਸ਼ਹਾਲ ਕਰ ਦਿੱਤਾ? ਇਹ ਜਿਹੜੇ ਮਸਲੇ ਨੇ ਇਹ ਸਿਰ ਜੋੜ ਕੇ ਬੈਠਣ ਵਾਲੇ ਮਸਲੇ ਆ, ਔਰ ਰਾਜਨੀਤਿਕ ਪਾਰਟੀਆਂ ਨੂੰ ਵੀ ਨਾਲ ਲੈ ਕੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਸੁਲਝਾਉਣਾ ਚਾਹੀਦਾ। ਪਰ ਮੈਂ ਪੰਜਾਬ ਸਰਕਾਰ ਨੂੰ ਵੀ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਦੇਣਾ ਕਿ ਉਹਨਾਂ ਨੇ ਟੇਬਲ ਟਾਕ, ਕਿਉਂਕਿ ਦੁਨੀਆ ਦੇ ਵਿੱਚ ਕਿਸੇ ਵੀ ਮਸਲੇ ਦਾ ਹੱਲ ਜਿਹੜਾ ਉਹ ਟੇਬਲ ਟਾਕ ਹੈ, ਉੱਥੇ ਬੈਠ ਕੇ ਜਦੋਂ ਮਸਲੇ ਸੁਲਝਾਏ ਜਾਂਦੇ ਨੇ ਤਾਂ ਉਸ ਦਾ ਇੱਕ ਚੰਗਾ ਪਹਿਲੂ ਜਿਹੜਾ ਸਾਹਮਣੇ ਆਉਂਦਾ। ਸੋ ਇਹ ਜਿਹੜੀਆਂ ਅੱਜ ਆਪਣੇ ਇਹਨਾਂ ਦੇ ਮੰਤਰੀ ਸਾਹਿਬਾਨ ਨੇ ਉੱਥੇ ਜਾ ਕੇ ਮੰਗਾਂ ਦਾ ਐਲਾਨ ਕੀਤਾ, ਉਹਨਾਂ ਮੰਗਾਂ ਨੂੰ ਹੁਣ ਇੰਪਲੀਮੈਂਟ ਕਿੰਨੀ ਦੇਰ ਚ ਕੀਤਾ ਜਾਂਦਾ? ਸਵਾਲ ਇਸ ਗੱਲ ਦਾ, ਕਿਉਂਕਿ ਉਹਨਾਂ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਪੋਸਟਪੋਨ ਕੀਤਾ, ਇੰਪਲੀਮੈਂਟ ਵਾਲੇ ਪਾਸੇ ਕੀਤਾ। ਨਹੀਂ ਦੇਖੋ, ਮੋਟੀਆਂ-ਮੋਟੀਆਂ 2-3 ਮੰਗਾਂ ਤਾਂ ਸਿੱਧੀਆਂ ਇੰਪਲੀਮੈਂਟ ਵੀ ਹੋ ਗਈਆਂ ਨੇ। ਉਹ ਕਹਿ ਰਹੇ ਨੇ ਕਿ ਇੱਕ ਤਾਂ ਨੋਟੀਫਿਕੇਸ਼ਨ ਸਾਨੂੰ ਦਿਖਾ ਦਿੱਤਾ, ਦੂਜੀ ਗੱਲ ਹੈ ਕਿ ਝੋਨੇ ਨੂੰ ਲੈ ਕੇ ਤਰੀਕਾਂ ਦੀ ਥੋੜੀ ਜਿਹੀ ਉਲਝਣ ਸੀਗੀ, ਉਹ 14 ਤਰੀਕ ਫਾਈਨਲ ਕਰ ਦਿੱਤੀ ਕਿ 14-17 2 ਜ਼ੋਨ ਦੇ ਵਿੱਚ ਪੰਜਾਬ ਵੰਡ ਕੇ। ਚਲੋ ਮੈਂ ਪੁਆਇੰਟ ਦੇ ਉੱਤੇ ਆਵਾਂਗਾ। ਅਹਿਬਾਬ ਗਰੇਵਾਲ ਜੀ ਕੁਝ ਕਹਿਣਾ ਚਾਹ ਰਹੇ ਨੇ ਸਰ, ਛੋਟਾ ਜਿਹਾ ਕਮੈਂਟ ਰੱਖਿਓ। ਛੋਟਾ ਜਿਹਾ ਰਿਐਕਸ਼ਨ ਹੈ। ਇਹ ਕਹਿੰਦੇ ਕੜੀ ਘੋੜੀ ਭਾਈ ਸਾਹਿਬ 25 ਸਾਲਾਂ ਦੀ ਕੜੀ ਸੀ ਕਿ ਪੰਜਾਬ ਦੀ ਕਿਸਾਨੀ 1 ਨੰਬਰ ਤੋਂ ਬਾਟਮ ਤੇ ਆ ਗਈ ਹੈ। ਅਸੀਂ ਵਾਅਦਾ ਕਰਦੇ ਹਾਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾਵਾਂਗੇ, ਤੁਸੀਂ ਇੱਕ ਹੱਥ ਵਧਾਓ, ਅਸੀਂ ਪੂਰੇ ਵਧਾਂਗੇ। ਆਪਾਂ ਰਲ ਕੇ ਹੁਣ ਨਿਬੇੜ ਲਈਏ। ਹੁਣ ਆਪਣੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸਾਨੀ 'ਚ ਫਕਰ ਮਹਿਸੂਸ ਹੋਣ ਦਈਏ। ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚੇ ਕਹਿਣ ਕਿ ਅਸੀਂ ਕਿਸਾਨੀ ਕਰਾਂਗੇ। ਅਹਿਬਾਬ ਜੀ, ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਉਮੀਦ ਕਰੀਏ ਕਿ ਅਗਲੇ 5 ਸਾਲ ਦੇ ਵਿੱਚ ਮਤਲਬ ਅਸਲੀਅਤ ਬਣ ਜਾਏਗੀ ਉਹ। ਸਰ 1 ਸਾਲ ਮੰਗਿਆ, 1 ਸਾਲ 'ਚ
1 ਸਾਲ ਚ ਢਾਂਚਾ ਬਣ ਕੇ ਸਾਹਮਣੇ ਆਉਣਾ ਸ਼ੁਰੂ ਹੋ ਜਾਊਗਾ। ਮੈਂ ਹਾੜੀ ਸੌਣੀ ਬਾਰ-ਬਾਰ ਕਹਿੰਦਾ ਸੀਗਾ ਕਿ ਸਾਨੂੰ ਇੱਕ ਹਾੜੀ ਸੌਣੀ ਦੇ ਦਿਓ, ਇੱਕ ਹਾੜੀ ਸੌਣੀ ਦੇ ਦਿਓ। ਅਗਲੀ ਵੇਲੇ ਜੋ ਵੀ ਕੋਈ ਘਾਟਵਾਦ ਰਹੇਗੀ ਪੂਰੀ ਕਰਾਂਗੇ। ਇਹ ਤੋਂ ਬਾਅਦ ਘਾਟਾ ਵਾਧਾ ਪੂਰੀਆਂ ਹੋਣੀਆਂ। ਗਰੇਵਾਲ ਸਾਹਿਬ ਦੇਖ ਲਓ, ਕਿਉਂਕਿ ਦਿਨ ਤਾਂ ਕਹਿੰਦੇ ਨੇ ਕਿ ਉੱਡਦੇ ਜਾਂਦੇ ਨੇ। ਦੇਖੋ ਮਈ ਦਾ ਮਹੀਨਾ ਵੀ ਅੱਧਾ ਨਿਕਲ ਗਿਆ, ਸਾਲ 2022 ਐਂ ਲੱਗਦਾ ਕਿ 5 ਦਿਨ ਪਹਿਲਾਂ ਹੀ ਚੜਿਆ ਸੀ। ਗੌਰਵ ਜੀ ਅੱਧਾ ਸਾਲ ਨਿਕਲ ਗਿਆ। ਮੈਂ 8 ਸਾਲ ਦਾ ਗੌਰਵ ਜੀ, ਮੈਂ 8 ਕੇ 9 ਸਾਲ ਦਾ ਇੱਕ ਚਵਾਰੇ ਚੋਂ ਲੜ ਰਿਹਾ ਸੀ। ਇੱਕ ਚਵਾਰੇ ਚੋਂ ਲੜਦੇ ਇਹ ਸਰਕਾਰ ਚ ਪਹੁੰਚਿਆ। ਜੇ ਆ ਹੋ ਗਿਆ ਉਹ ਵੀ ਹੋ ਜੂ ਵਾਦਾ। ਚਲੋ ਠੀਕ ਹੈ, ਉਮੀਦਾਂ ਬਹੁਤ ਸਾਰੀਆਂ ਨੇ। ਸਰਕਾਰ ਲੋਕਾਂ ਨੇ ਬਣਾ ਕੇ ਦਿੱਤੀ ਹੈ ਤੇ ਉਮੀਦਾਂ ਵੀ ਬਹੁਤ ਸਾਰੀਆਂ ਨੇ। ਗਰੇਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਹਰਜੀਤ ਗਰੇਵਾਲ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਗਰੇਵਾਲ ਸਾਹਿਬ, ਜਦੋਂ ਇਹ ਅੰਦੋਲਨ ਮੋਹਾਲੀ ਵਾਲਾ ਸ਼ੁਰੂ ਹੋਇਆ ਤਾਂ ਬਹੁਤ ਗੱਲਾਂ ਹੋਈਆਂ ਕਿ ਸਿੰਘੂ ਵਾਲੀ ਝਲਕ ਨਜ਼ਰ ਆ ਰਹੀ ਹੈ, ਟਿੱਕਰੀ ਵਾਲੀ ਝਲਕ ਨਜ਼ਰ ਆ ਰਹੀ ਹੈ, ਪਰ ਉਹ ਅੰਦੋਲਨ 13 ਮਹੀਨੇ ਚੱਲਦਾ ਰਿਹਾ। ਇੱਥੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਦੇਖੋ ਅਸੀਂ 30 ਘੰਟੇ 'ਚ ਖਤਮ ਕਰ ਦਿੱਤਾ। ਨਹੀਂ, ਅੱਛਾ ਕੀਤਾ, ਗੱਲਬਾਤ ਕਰਨੀ ਚਾਹੀਦੀ ਹੈ ਔਰ ਕਿਸਾਨਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਐਡਰੈਸ ਵੀ ਹੋਣੀਆਂ ਚਾਹੀਦੀਆਂ ਨੇ। ਇਹ ਐਗਰੀਰੀਅਨ ਬੇਸਡ ਇਕਨੋਮੀ ਹੈ ਇੱਥੋਂ ਦੀ, ਤੇ ਪਰ ਮੈਂ ਸਮਝਦਾ ਕਿ ਕਈ ਗੱਲਾਂ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਜੇ ਪੂਰੀਆਂ ਹੋਣ ਦੀ, ਜਿਸ ਤਰ੍ਹਾਂ ਬਾਸਮਤੀ ਤੇ MSP ਦੀ ਗੱਲ ਜੀ, ਉਹ ਪੂਰੇ ਦੇਸ਼ 'ਚ ਹੁੰਦੀ ਹੈ ਬਾਸਮਤੀ। ਉਹਦੇ ਲਈ ਕਾਫੀ ਪ੍ਰੋਬਲਮ ਆਉਂਦੀ ਹੈ ਜਦੋਂ ਇਹ MSP ਉਹਦੀ ਅਨਾਉਂਸ ਕਰਨਗੇ। ਇਹ ਕਹਿਣ ਤੇ ਕਰਨ 'ਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਸਾਰੀਆਂ ਗੱਲਾਂ ਦਾ। ਕੁਝ ਚੀਜ਼ਾਂ ਕਿਸਾਨਾਂ ਨੂੰ ਵੀ ਸਮਝਣੀਆਂ ਪੈਣਗੀਆਂ ਤੇ ਕੁਝ ਸਰਕਾਰ ਨੂੰ ਵੀ ਸਮਝਣੀਆਂ ਪੈਣਗੀਆਂ। ਕਈ ਚੀਜ਼ਾਂ 'ਚ ਪ੍ਰੋਬਲਮ ਆਉਂਦੀ ਹੈ, ਪਰ ਮੈਂ ਸਮਝਦਾ ਕਿ ਹਰ ਚੀਜ਼ ਦਾ ਅੰਦੋਲਨ ਹੀ ਰਸਤਾ ਨਹੀਂ ਹੁੰਦਾ। ਤੇ ਹੁਣ ਵੀ ਜਿਹੜੀਆਂ ਬਾਕੀ ਪ੍ਰੋਬਲਮ ਨੇ ਉਹਨਾਂ ਨੂੰ ਐਡਰੈਸ ਕਰਨ ਲਈ ਵੀ ਮੈਂ ਸਮਝਦਾ ਕਿ ਕਿਸਾਨ ਜਿਹੜੇ ਲੀਡਰ ਨੇ ਉਹ ਕੇਂਦਰ ਨਾਲ ਵੀ ਗੱਲਬਾਤ ਕਰਦੇ ਰਹਿਣ। ਔਰ ਇਹ ਨਹੀਂ ਕਿ ਬਈ ਤੁਸੀਂ ਇੱਥੇ ਆਏ ਤਾਂ ਅੰਦੋਲਨ ਹੀ ਕਰਨਾ, ਕਿਉਂਕਿ ਕਿਸਾਨ ਵੀ ਇਸ ਦੇਸ਼ ਦੇ ਵਸਿੰਦੇ ਆ, ਬਾਕੀ ਵੀ ਸਾਰੇ ਵਰਗ ਇਸ ਦੇਸ਼ ਦੇ ਅੰਦਰ ਹੀ ਰਹਿੰਦੇ ਆ। ਔਰ ਕੋਈ ਸਰਕਾਰ ਅੰਦੋਲਨ ਚਲਵਾ ਕੇ ਚੈਂਪੀਅਨ ਨਹੀਂ ਬਣਿਆ ਕਰਦੀ। ਔਰ ਮੈਂ ਸਮਝਦਾ ਕਿ ਕਿਸਾਨੀ ਦੀ ਇਸ ਵੇਲੇ ਬਹੁਤ ਗੰਭੀਰ ਸਮੱਸਿਆਵਾਂ ਨੇ ਜਿਹੜੀਆਂ ਪ੍ਰਾਈਮ ਮਿਨਿਸਟਰ ਵੀ ਉਸ ਨੂੰ ਸਮਝਦੇ ਨੇ। ਉਹਨਾਂ ਨੇ ਵੀ ਆਪਦੇ ਭਾਸ਼ਣਾਂ 'ਚ ਵੀ ਕਈ ਵਾਰ ਬੋਲਿਆ। ਤੁਹਾਡਾ ਥੋੜਾ ਬਿਆਨ ਸੀਐਮ ਦੇ ਇੱਕ ਦਿਨ ਪਹਿਲਾਂ ਦਿੱਤੇ ਗਏ ਬਿਆਨ ਦੇ ਨਾਲ ਮੈਚ ਕਰਦਾ। ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਕਿ ਮੁਰਦਾਬਾਦ ਇਹ ਤਰੀਕਾ ਨਹੀਂ ਹੁੰਦਾ, ਉਹ ਸਹੀ ਸੀ? ਨਹੀਂ, ਉਹ ਠੀਕ ਕਿਹਾ ਉਹਨਾਂ ਨੇ, ਪਰ ਮੈਂ ਨਾਲ ਇਹ ਸਮਝਦਾ ਕਿ ਇਹਦੇ ਵੱਲ ਪਰਮਾਨੈਂਟ ਧਿਆਨ ਦੇਣ ਵਾਲੀ ਗੱਲ ਹੈ। ਇੱਕ ਦਿਨ 'ਚ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ। ਜਿਹੜਾ ਵਾਟਰ ਟੇਬਲ ਨੀਚੇ ਜਾ ਰਿਹਾ ਉਹ ਬਹੁਤ ਗੰਭੀਰ ਸਮੱਸਿਆ, ਵਾਤਾਵਰਣ ਦੀ ਵੀ ਬਹੁਤ ਗੰਭੀਰ ਸਮੱਸਿਆ ਇੱਥੇ, ਔਰ ਜਿਹੜੀ ਸਾਡੀ ਜ਼ਮੀਨ ਜ਼ਹਿਰੀਲੀ ਹੋ ਰਹੀ ਹੈ ਉਹਦੀ ਬਹੁਤ ਗੰਭੀਰ ਸਮੱਸਿਆ। ਉਹ ਇੱਕ ਦਿਨ ਚੱਲ ਨਹੀਂ ਹੁੰਦਾ। ਉਹ ਤਾਂ ਜੇ ਅੱਜ ਵੀ ਇਹ ਆਰਗੈਨਿਕ ਫਾਰਮਿੰਗ ਦੀ ਤਰਫ ਚਲੇ ਜਾਣ ਤੇ ਉਸ ਦੇ ਬਾਵਜੂਦ ਵੀ 3 ਸਾਲ ਲੱਗਦੇ ਆ ਉਸ ਨੂੰ ਆਪਣੀ ਸਹੀ ਸਥਿਤੀ 'ਚ ਲਿਆਉਣ ਲਈ। ਔਰ ਪਾਣੀ ਦੀ ਸਮੱਸਿਆ, ਔਰ ਮੈਂ ਸਮਝਦਾ ਕਿ ਨਦੀ ਜੋੜ ਯੋਜਨਾ ਜਿਹੜੀ ਅਟਲ ਜੀ ਦੀ ਸਰਕਾਰ ਦੇ ਟਾਈਮ ਆਈ ਸੀ, ਜੇ ਉਸ ਤਰ੍ਹਾਂ ਦੀ ਯੋਜਨਾ ਆਵੇ, ਕਿਉਂਕਿ ਜੋ ਪਾਣੀ ਦਾ ਝਗੜਾ ਹੈਗਾ ਹਰਿਆਣੇ ਨਾਲ ਵੀ ਹੈਗਾ ਜਾਂ ਬਾਕੀ ਹੋਰ ਵੀ ਹੈਗਾ, ਉਸ ਵੇਲੇ ਜਿੰਨਾ ਪਾਣੀ ਸੀ ਅੱਜ ਪਾਣੀ ਹੈ ਹੀ ਨਹੀਂ। ਜੇ ਉਹ ਹੋਵੇ ਨਾ ਤਾਂ ਉਹ ਝਗੜੇ ਦਾ ਹੱਲ ਕਿੱਥੋਂ ਹੋਊਗਾ, ਕੌਣ ਕਿੱਥੋਂ ਦੇਊਗਾ ਪਾਣੀ? ਤੇ ਇਸ ਪੂਰੇ ਦੇਸ਼ ਨੂੰ ਹੀ ਚਾਹੀਦਾ। ਔਰ ਇੱਕ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਨਾ, ਇਹ ਦਿੱਲੀ ਤੋਂ ਗਾਈਡੈਂਸ ਲੈਂਦੇ ਆ। ਦਿੱਲੀ ਦੇ ਅੰਦਰ ਬਹੁਤ ਘੱਟ ਖੇਤੀ ਆ, ਹੈ ਹੀ ਨਹੀਂ, 2000 ਏਕੜ ਤੋਂ ਵੀ ਘੱਟ ਆ। ਔਰ ਪੰਜਾਬ ਜਿਹੜਾ 94.8% ਇਰੀਗੇਟਡ ਲੈਂਡ ਹੈ ਇੱਥੇ, ਉਹਦੇ 'ਚ ਖੇਤੀ ਹੁੰਦੀ ਹੈ। ਤੇ ਇੱਥੋਂ ਦੀਆਂ ਸਮੱਸਿਆਵਾਂ ਅਲੱਗ ਨੇ, ਉਹਦੇ ਹੱਲ ਅਲੱਗ ਨੇ, ਦਿੱਲੀ ਦੇ ਅਲੱਗ ਨੇ। ਤਾਂ ਉਹ ਫੈਸਲੇ ਇੱਥੇ ਹੀ ਬੈਠ ਕੇ ਕਰਨੇ ਪੈਣੇ ਆ। ਔਰ ਇੱਕ ਦਿਨ 'ਚ ਕੋਈ ਫੈਸਲਾ ਨਹੀਂ ਹੋਣਾ ਜਿਹੜਾ ਇਹ ਕਰਨ ਦੀ ਸੋਚਦੇ ਆ। ਔਰ ਇਹ ਲੰਬੇ ਸਮੇਂ ਤੱਕ ਇਹਦੀ ਇੱਕ ਯੋਜਨਾ ਬਣਾਉਣੀ ਪੈਣੀ ਹੈ। ਔਰ ਕਿਸਾਨ ਨੂੰ ਉਹਦੀ ਫਸਲ ਕੋਈ ਵੀ ਉਹ ਬੀਜੇ, ਬਦਲਵੀਆਂ ਫਸਲਾਂ ਬਜਵਾ ਲਈਏ ਤਾਂ ਉਹਦੀ ਗਾਰੰਟੀ ਦੇਣੀ ਪੈਣੀ ਹੈ ਮਾਰਕੀਟ ਦੀ। ਜੇ ਉਹ ਗਾਰੰਟੀ ਨਹੀਂ ਦੇਵਾਂਗੇ ਤਾਂ ਕਿਸਾਨ ਦੀ ਲਾਭ ਵਾਲੀ ਖੇਤੀ ਹੋ ਹੀ ਨਹੀਂ ਸਕਦੀ। ਜ਼ੋਰ ਲਗਾ ਲਓ, ਉਹਦੇ ਲਈ ਕੋਈ ਵੀ ਫੈਸਲੇ ਕਰ। ਤੁਹਾਡੇ ਬਹੁਤ ਵੈਲਿਡ ਪੁਆਇੰਟਸ ਨੇ ਕਿ ਜਦੋਂ ਆਪਾਂ ਅੰਦੋਲਨ ਦਾ ਜ਼ਿਕਰ ਕਰ ਰਹੇ ਹਾਂ ਜਾਂ ਮੰਗਾਂ ਦਾ ਜ਼ਿਕਰ ਕਰ ਰਹੇ ਹਾਂ, ਪਰ ਅਗਲੇ 10 20 30 40 ਸਾਲ ਵੀ ਸੋਚੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਕਿ ਵਾਕਈ ਇਸ ਮੰਗਾਂ ਦੇ ਲਈ ਲੜਦੀਆਂ ਰਹਿਣਗੀਆਂ ਕਿ 2035 ਚ ਜਾ ਕੇ 2040 ਦੇ ਵਿੱਚ ਜਾ ਕੇ ਝੋਨਾ ਹੀ ਲਗਾਇਆ ਜਾ ਰਿਹਾ ਹੋਏਗਾ ਪੰਜਾਬ ਦੇ ਵਿੱਚ, ਜਾਂ ਉਸ ਸਮੇਂ ਪਾਣੀ ਵੀ ਹੋਏਗਾ ਪੰਜਾਬ ਦੇ ਕੋਲ ਝੋਨਾ ਲਗਾਉਣ ਦੇ ਲਈ। ਤਾਂ ਬਹੁਤ ਸਾਰੇ ਇਸ਼ੂਜ਼ ਨੇ, ਉਹਨਾਂ ਦੇ ਉੱਤੇ ਪੈਰਲਲ ਗੱਲ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਮਨਜੀਤ ਸਿੰਘ ਰਾਏ ਜੀ ਤੁਹਾਡੇ ਕੋਲ ਆਉਂਗਾ, ਪਰ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਗਰੇਵਾਲ ਸਾਹਿਬ, ਜ਼ਰੂਰੀ ਹੈ ਕਿਉਂਕਿ ਸਰਕਾਰ ਦੇ ਉੱਤੇ ਉਂਗਲ ਉੱਠਦੀ ਹੈ ਤਾਂ ਫਿਰ ਇੱਕ ਕਮੈਂਟ ਉੱਥੇ ਜ਼ਰੂਰੀ ਹੋ ਜਾਂਦਾ। ਪਲੀਜ਼ ਛੋਟਾ ਜਿਹਾ ਕਮੈਂਟ ਰੱਖਿਓ, 10-20 ਸੈਕਿੰਡ। ਛੋਟਾ ਜਿਹਾ ਕਮੈਂਟ ਹੈ। ਗਰੇਵਾਲ ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਰਾਤੋਂ ਰਾਤ ਨਹੀਂ ਹੁੰਦੀਆਂ, ਬਿਲਕੁਲ ਨਹੀਂ ਹੁੰਦੀਆਂ। ਅਸੀਂ ਲੌਂਗ ਟਰਮ ਸੋਲੂਸ਼ਨਸ ਲੱਭ ਰਹੇ ਹਾਂ। ਜਿਹੜੀਆਂ ਪੰਚਾਇਤੀ ਜ਼ਮੀਨਾਂ ਦੀ ਗੱਲ ਆ, ਅਸੀਂ 10% ਜ਼ਮੀਨ ਰੇਨ ਵਾਟਰ ਹਾਰਵੈਸਟਿੰਗ ਲਈ ਬਚਾਵਾਂਗੇ। ਅਸੀਂ
ਜਿਹੜੀ ਇਹ MSP ਦੀ ਗਰੇਵਾਲ ਸਾਹਿਬ ਨੇ ਗੱਲ ਕੀਤੀ, ਅਸੀਂ ਇਹ ਵਾਅਦਾ ਕਰਦੇ ਹਾਂ ਕਿ ਜਿਹੜੀ ਵੀ ਕਿਸਾਨ ਦੀ ਪ੍ਰੋਡਿਊਸ ਹੈ ਉਹਨੂੰ ਅਸੀਂ ਇੰਟਰਨੈਸ਼ਨਲ ਮਾਰਕੀਟ ਨਾਲ ਜੋੜਾਂਗੇ। ਅਸੀਂ ਜਿਹੜੀ ਉਹ ਪ੍ਰੋਸੈਸਡ ਫੂਡ ਹੈ ਉਹਦੀ ਇੰਡਸਟਰੀ ਲਿਆਵਾਂਗੇ। ਐਂਡ ਮੈਂ ਮੰਨਦਾ ਕਿਸਾਨ ਵੀਰਾਂ ਨੂੰ ਅੱਜ ਤੇ ਮਿਲਿਆ ਹੀ ਹੈ ਕਿ ਸੰਘਰਸ਼ ਤੋਂ ਬਿਨਾਂ ਮਿਲਦਾ ਹੀ ਕੁਝ ਨਹੀਂ, ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਆਪਣਾ ਐਕਸਪੀਰੀਅੰਸ ਚੇਂਜ ਕਰੋ। ਠੀਕ ਹੈ ਗਰੇਵਾਲ ਸਾਹਿਬ, ਦੇਖੋ ਉਹਨਾਂ ਦੇ ਕੋਲ ਪੂਰੀ ਪਲੈਨਿੰਗ ਹੈ। ਉਹ ਦੱਸ ਰਹੇ ਕਿ ਅਗਲੇ 1 ਸਾਲ ਸਾਨੂੰ ਦਵੋ, ਉਸ ਤੋਂ ਬਾਅਦ ਅਗਲੇ ਕੁਝ ਸਾਲਾਂ ਦੇ ਵਿੱਚ ਪ੍ਰੋਫਿਟ ਦਾ ਧੰਦਾ ਹੋ ਜਾਏਗਾ ਖੇਤੀਬਾੜੀ। ਦੇਖੋ ਇਹਦੇ ਚ ਮੈਂ ਇੱਕੋ ਹੀ ਗੱਲ ਇਹਨਾਂ ਨੂੰ ਕਹਿਣੀ ਆ ਕਿ ਇਸ ਵੇਲੇ ਕਣਕ ਔਰ ਕਣਕ ਦੇ ਆਟੇ 'ਚ ਕਿੰਨਾ ਕੀਮਤ ਦਾ ਫਰਕ ਆ ਉਹ ਦੇਖ ਲੈਣ, ਤੇ ਉਹ ਪ੍ਰੋਸੈਸਿੰਗ ਜੇ ਉਹ ਕੋਆਪਰੇਟਿਵਸ ਬਣਾ ਕੇ ਕਿਸਾਨਾਂ ਨੂੰ ਉਹਦਾ ਲਾਭ ਮਿਲੇ ਤਾਂ ਮੈਂ ਸਮਝਦਾ ਕਿਸਾਨ ਖੁਸ਼ਹਾਲ ਹੋ ਜਾਏਗਾ। ਉਹ 40 ਤੋਂ 50 ਰੁਪਏ ਦਾ ਫਰਕ ਆ, ਤੇ ਉਹ ਸਰਕਾਰ ਨੂੰ ਉਸ ਤੇ ਕੰਮ ਕਰਨਾ ਚਾਹੀਦਾ। ਉਹਦੇ 'ਚ ਕਿਸਾਨ ਨੂੰ ਸਿੱਧਾ ਕੋਆਪਰੇਟਿਵਸ ਦੇ ਅੰਦਰ ਇਨਵੋਲਵ ਕਰਨਾ ਚਾਹੀਦਾ। ਉਹਦੀ ਸੁਪਰਵਿਜ਼ਨ ਸਰਕਾਰੀ ਏਜੰਸੀਆਂ ਕਰਨ, ਸਰਕਾਰੀ ਲੋਕ ਵੀ ਕਰਨ, ਤਾਂ ਕਿ ਉਹ ਲੋਕਾਂ ਨੂੰ ਅਜੇ ਉਹਦਾ ਪੂਰਾ ਸੁਭਾਅ ਨਹੀਂ ਬਣਿਆ। ਕੋਆਪਰੇਟਿਵ ਦਾ ਵੀ ਇੱਕ ਸੁਭਾਅ ਹੁੰਦਾ। ਮੈਂ ਕਿਉਂਕਿ ਮੈਂ ਕੋਆਪਰੇਟਿਵ ਪਿਛਲੇ 25-30 ਸਾਲ ਤੋਂ ਕੰਮ ਕਰ ਰਿਹਾ, ਤੇ ਇਹ ਜੇ ਸੁਭਾਅ ਬਣ ਜਾਏ ਤਾਂ ਇਹਦਾ ਲਾਭ ਵੀ ਬਹੁਤ ਹੁੰਦਾ। ਔਰ ਮੈਂ ਸਮਝਦਾ ਕਿ ਇੱਥੇ ਜਿਹੜਾ ਛੋਟੀ ਜੋਤ ਵਾਲਾ ਕਿਸਾਨ ਆ ਉਸ ਨੂੰ ਕੋਆਪਰੇਟਿਵ ਨਾਲ ਬੜਾ ਲਾਭ ਦਿੱਤਾ ਜਾ ਸਕਦਾ। ਠੀਕ ਹੈ, ਚਲੋ ਮੈਂ ਮਨਜੀਤ ਸਿੰਘ ਰਾਜ ਦਾ ਰੁਖ ਕਰਦਾ। ਰਾਜ ਸਾਹਿਬ, 2 ਚੀਜ਼ਾਂ ਸਮਝਣੀਆਂ ਚਾਹੁੰਦਾ। ਪਹਿਲੀ, ਲੋਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਮੰਤਰੀ ਨੂੰ ਧਰਨੇ ਵਾਲੀ ਥਾਂ ਦੇ ਉੱਤੇ ਬੁਲਾਇਆ ਗਿਆ ਜਾਂ ਉਹ ਖੁਦ ਆਏ? ਜੇ ਬੁਲਾਇਆ ਗਿਆ ਤਾਂ ਕਿਉਂ, ਜੇ ਖੁਦ ਆਏ ਤਾਂ ਕਿਉਂ? ਤੇ ਦੂਜਾ ਸਵਾਲ ਮੇਰਾ ਕਿ ਵਾਕਈ ਕਿਸਾਨ ਸਿਰਫ ਅੱਜ ਬਾਰੇ ਸੋਚ ਰਹੇ ਨੇ? ਕਿਉਂਕਿ ਸਰਕਾਰਾਂ ਔਰ ਜਿਹੜੇ ਨੁਮਾਇੰਦੇ ਅੱਜ ਪੈਨਲ ਦੇ ਵਿੱਚ ਨੇ, ਇਨਫੈਕਟ ਤੁਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇਤਫਾਕ ਰੱਖੋਗੇ ਕਿ ਸੋਚਣਾ ਤਾਂ ਆਪਾਂ ਨੂੰ 2025 ਦਾ ਪਏਗਾ, 30 ਦਾ ਪਏਗਾ, 2035 40 ਬਾਰੇ ਵੀ ਸੋਚਣਾ ਪਏਗਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ, ਕਿ ਉਸ ਬਾਰੇ ਨਹੀਂ ਸੋਚਿਆ ਜਾ ਰਿਹਾ? ਗੌਰਵ ਜੀ, ਮੈਂ ਪਹਿਲਾਂ ਤਾਂ ਇੱਕ ਤੁਹਾਡਾ ਪਹਿਲਾ ਸਵਾਲ ਦਾ ਜਵਾਬ ਦੇਵਾਂ ਕਿ ਮੰਤਰੀ ਜੀ ਨੂੰ ਬੁਲਾਇਆ ਗਿਆ ਕਿ ਉਹ ਆਪ ਆਏ। ਦੇਖੋ, ਹਮੇਸ਼ਾ ਸਰਕਾਰਾਂ ਨੂੰ ਸੱਦਾ ਹੀ ਦੇਣਾ ਪੈਂਦਾ, ਆਪ ਤਾਂ ਕੋਈ ਨਹੀਂ ਆਉਂਦਾ। ਇਹ ਕਿਸਾਨਾਂ ਦੇ ਦਬਾਅ ਹੇਠ ਹੀ ਆਏ ਨੇ, ਉਹ ਨਹੀਂ ਆਉਂਦੇ। ਇਹ ਗੱਲ ਤੁਸੀਂ ਦੇਖਿਆ ਹੋਊਗਾ ਭਗਵੰਤ ਮਾਨ ਜੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਸੀਂ ਉਸ ਦੇ ਜ਼ਰੀਏ? ਨਹੀਂ, ਮੈਸੇਜ ਤਾਂ ਇੱਕੋ ਹੀ ਸੀਗੀ ਕਿ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਆਪ ਆ ਕੇ ਮੰਤਰੀ ਜੀ ਅਨਾਉਂਸ ਕਰਨ, ਭਰੋਸੇ ਚ ਲੈਣ। ਇੱਕੋ ਹੀ ਸੀ, ਹੋਰ ਕੁਝ ਮੰਨ ਨਹੀਂ। ਉਹ ਤਾਂ ਪੰਜਾਬ ਭਵਨ ਵੀ ਹੋ ਸਕਦੀ ਸੀ ਨਾ ਸਰ, ਪ੍ਰੈਸ ਕਾਨਫਰੰਸ ਹੁੰਦੀ, ਲੋਕ ਚੈਨਲ ਦੇਖਦੇ ਨੇ, ਨਿਊਜ਼ 18 ਪੈਰਲਰ ਉੱਥੇ ਦੇਖ ਰਹੇ ਸੀ, ਉਹ ਤਾਂ ਉੱਥੇ ਵੀ ਅਨਾਉਂਸਮੈਂਟ ਹੋ ਸਕਦੀ ਸੀ, ਉਹਨਾਂ ਤੱਕ ਤਾਂ ਗੱਲ ਪਹੁੰਚ ਜਾਣੀ ਸੀ। देखो आम जनता को आप वोटा लैन भी गौरव जी जाने हैं, जब जाके अपना फैसला अनाउंस करता तो किड्डी गल है। मैं इहनूं वड्डी गल नहीं समझदा, ये गल चंगी है भी आम लोकां दे विच जाना चाहिए। आम आदमी पार्टी तो कहंदी असीं आम लोकां दी पार्टी आ, तो फिर आम लोकां दी जान हर्ज की है। इहनूं आपां नैगेटिव ना सोचीए। दूजी गल, मेरी एक बेनती होर, जिहड़ा तुसीं कहा भी 2025 दी देखना पऊगा, मैं कहना चाहूंगा हुणे ही हरजीत गरेवाल जी ने आख्या है कि नदियां दी योजना लियांदी सी अटल जी ने, ते हुण तुहाडी सरकार नूं दुबारा दूजी टर्म च फे आ गए हो, ते हुण की गल हो गई? हुण मोदी जी काहते नहीं चैनलाइज करदे? मैं तुहानूं दसना चाहूंगा, पिछले दिनी असीं लखीमपुर खीरी गए सी, उत्थे एक शारदा नदी पैंदी है जिहड़ी नेपाल तो पानी आउंदा ते पूरे बिहार नूं हड़ा के लै जांदी है। जे उत्थे डैम बन्निया जावे ते ओहदा पता लग्गिया कि ओहदा प्रस्ताव भी सेंट्रल गवर्नमेंट को गया होया है, पर ओहनूं चैनलाइज करने वास्ते सरकारां चुप बैठियां ने। इक्को ही इन्हां नूं मंशा है कि पंजाब नूं हरियाणे नाल लड़ाओ, पंजाब नूं राजस्थान नाल लड़ाओ, उन्ने पानी ते लड़ाई कराई जाओ। तुहाडे कोल वाधू पानी हैगा, तुसीं किसान नूं दोषी बनाउंदे हो, किसान नूं कहंदे हो कि झोना ना बीज, तू आ कर, पानी की बचत कर। आ जिहड़ी गल इन्हां ने हुणे कही सी हरजीत गरेवाल जी ने, जे अटल जी ने योजना कोई लियांदी सी ओनूं इंप्लीमेंट करवाओ। हरजीत जी, तुहाडे धन्नवादी होवांगे पूरा पंजाब। चलो ਆਪਾਂ ਬਿਆਨ ਲੈ ਲਈਏ, ਸਮਾਂ ਵੀ ਪੂਰਾ ਥੋੜਾ ਜਿਹਾ ਹੋਏਗਾ ਮੇਰੇ ਕੋਲ। ਗਰੇਵਾਲ ਸਾਹਿਬ, ਸੁਖਦੇਵ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਪੀਰ ਮੁਹੰਮਦ ਸਾਹਿਬ ਤੁਹਾਡੇ ਕੋਲ ਵੀ ਆ ਰਹੇ ਆ। ਰਾਏ ਸਾਹਿਬ, ਉਸ ਵੇਲੇ ਪੰਜਾਬ ਤੋਂ ਹੀ ਵਿਰੋਧ ਹੋ ਗਿਆ ਸੀ ਉਹ ਨਦੀ ਜੋੜ ਯੋਜਨਾ ਦਾ। ਜੇ ਤੁਸੀਂ ਹਮਾਇਤ ਕਰਦੇ ਹੋ ਸਾਰੇ, ਤੇ ਤੁਸੀਂ ਕੇਂਦਰ ਸਰਕਾਰ ਨੂੰ ਕਹੋ ਤਾਂ ਡੈਫੀਨਿਟਲੀ ਇਹ ਸਾਰੀਆਂ ਨਦੀਆਂ ਜੁੜ ਜਾਣਗੀਆਂ, ਪੂਰੇ ਦੇਸ਼ ਨੂੰ ਲਾਭ ਹੋਏਗਾ ਉਸ ਦਾ। ਉਸ ਤਰੀਕੇ ਨਾਲ ਪੰਜਾਬ ਤੋਂ ਵਿਰੋਧ ਗਰੇਵਾਲ ਜੀ, ਪੰਜਾਬ ਤੋਂ ਵਿਰੋਧ ਤਦ ਹੋਇਆ ਜਦੋਂ ਤੁਸੀਂ ਪੰਜਾਬ ਦਾ ਪਾਣੀ ਦੂਸਰੀਆਂ ਸਟੇਟਾਂ ਨੂੰ ਜਾਂਦੇ ਹੋ। ਜਦੋਂ ਪੰਜਾਬ ਦਾ ਪਾਣੀ ਪੰਜਾਬ ਨੂੰ ਦਿਓਗੇ, ਉਹ ਜਿਹੜਾ ਵੇਸਟ ਪਾਣੀ ਜਾਂਦਾ ਉਹ ਬੰਨ ਕੇ ਦਿਓਗੇ। ਪੰਜਾਬ ਕਦੇ ਨਹੀਂ ਉਹਦਾ ਵਿਰੋਧ ਕਰੂਗਾ। ਆਮ ਸਹਿਮਤੀ ਬਣਾਓ, ਇਹ ਪੂਰਾ ਦੇਸ਼ ਹੀ ਆਪਣਾ, ਪੰਜਾਬ ਵੀ ਆਪਣਾ, ਸਭ ਆਪਣਾ, ਔਰ ਪੰਜਾਬ ਨੂੰ ਪੂਰਾ ਪਾਣੀ ਮਿਲੂਗਾ, ਇਦੋਂ ਵੱਧ ਪਾਣੀ ਮਿਲੂਗਾ। ਤੁਸੀਂ ਆਮ ਸਹਿਮਤੀ ਬਣਾਓ ਔਰ ਸਰਕਾਰ ਨਾਲ ਗੱਲ ਕਰੋ। ਮੈਂ ਕਰੋ ਜੀ, ਕਰੋ। ਪੰਜਾਬ ਸਰਕਾਰ ਵੀ ਕਰੇ, ਅਸੀਂ ਇਹਦੇ ਹਾਮੀ ਆ। ਗਰੇਵਾਲ ਸਾਹਿਬ ਉਹ ਇਹ ਕਹਿ ਰਹੇ ਆ ਕਿ ਕਿਤੇ ਨਾ ਹੋਵੇ ਕਿ ਨਦੀ ਜੋੜ ਯੋਜਨਾ ਲਾਗੂ ਹੋ ਜੇ ਤੇ ਪੰਜਾਬ ਵਾਲੇ ਪਾਸੇ ਤੋਂ ਬਸ ਪਾਣੀ ਜਾਂਦਾ ਹੀ ਰਹੇ, ਆਉਣ ਵਾਲਾ ਕੋਈ ਚੈਪਟਰ ਹੀ ਨਾ ਹੋਵੇ। ਨਹੀਂ, ਐਸਾ ਕੁਝ ਨਹੀਂ ਹੁੰਦਾ। ਨਹੀਂ, ਚਿੰਤਾ ਤਾਂ ਉਹੀ ਹੈ ਨਾ, ਪੰਜਾਬੀਆਂ ਨੂੰ ਚਿੰਤਾ ਹੋਰ ਕਿਹੜੀ ਗੱਲ ਹੈ? ਪੰਜਾਬੀਆਂ ਨੂੰ ਉਹੀ ਚਿੰਤਾ, ਉਹਦਾ ਰੋਡ ਮੈਪ ਦੇਖਣ ਨੂੰ। ਗਰੇਵਾਲ ਸਾਹਿਬ, ਹੁਣ ਤੱਕ ਇਹੀ ਕੁਝ ਹੋਇਆ ਹੈ। ਹੁਣ ਤੱਕ ਪੰਜਾਬ 'ਚ ਪਾਣੀ ਨਹੀਂ ਦਿੱਤਾ ਗਿਆ, ਬਾਹਰਲੀਆਂ ਸਟੇਟਾਂ ਨੂੰ ਕਿਹਾ। ਤੁਸੀਂ ਆ ਵੇਖੋ ਤਾਂ 236 ਕਿਊਸਿਕ ਪਾਣੀ ਜਾਂਦਾ ਸੀ, ਹੁਣ 482 ਕਰਤਾ ਇਹਨਾਂ ਦਿਨਾਂ 'ਚ ਹੀ। ਤੇ ਮੈਂ ਇਹ ਗੱਲ ਕਹਾਂ
ਤੇ ਪੰਜਾਬ ਦਾ ਅੱਜ ਲੈਵਲ ਤੁਹਾਨੂੰ ਤਾਂ ਪਤਾ ਹੀ ਹੈ ਗਰੇਵਾਲ ਸਾਹਿਬ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਤੇ ਪੰਜਾਬ ਦਾ ਜਿਹੜਾ ਲੈਵਲ ਕਿੱਥੇ ਚਲ ਗਿਆ। ਤੇ ਪੰਜਾਬ 'ਚ ਮੈਂ ਕਹਿੰਦਾ ਹਰ ਖੇਤ ਦੇ ਕੰਢੇ ਤੇ ਸੂਆ ਹੋਵੇ ਤੇ ਸਾਨੂੰ ਨਾ ਬਿਜਲੀ ਦੀ ਲੋੜ ਤੇ ਨਾ ਜ਼ਮੀਨ ਦਾ ਪਾਣੀ ਕੱਢਣ ਦੀ ਲੋੜ, ਤੇ ਪੰਜਾਬ ਸੇਫ ਨਹੀਂ ਹੋ ਜੂ। ਇਸ ਕਰਕੇ ਇਹ ਕਰੋ, ਉਪਰਾਲਾ ਕਰੋ, ਕੇਂਦਰ ਦੀ ਤੁਹਾਡੀ ਸਰਕਾਰ ਹੈ। ਚਲੋ ਮੈਂ ਵਾਪਸ ਇਸ਼ੂ ਦੇ ਉੱਪਰ ਆਉਣਾ, ਮੈਂ ਸੁਖਦੇਵ ਜੀ ਦਾ, ਗਰੇਵਾਲ ਸਾਹਿਬ ਅਹਿਬਾਬ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ, ਮੈਂ ਸੁਖਦੇਵ ਜੀ ਦਾ ਰੁਖ ਕਰਦਾ। ਸੁਖਦੇਵ ਜੀ, ਸਰਕਾਰ ਦਾਅਵਾ ਕਰ ਰਹੀ ਹੈ ਕਿ ਹੁਣ ਤੱਕ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਆ ਕੰਮ ਨਹੀਂ ਕੀਤੇ, ਅਸੀਂ ਉਹ ਕਰ ਰਹੇ ਹਾਂ, ਔਰ ਮੂੰਗੀ ਦਾ ਅਸੀਂ MSP ਦੇਵਾਂਗੇ। ਐਲਾਨ ਨਾਲ ਮੱਕੀ ਦੇ MSP ਦਾ ਵੀ ਹੋਇਆ। ਸਰਕਾਰ ਇਹ ਦੱਸਣ ਦੀ ਜਾਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੇ ਕੋਲ ਬਿਲਕੁਲ ਪਾਈਪਲਾਈਨ ਹੈ ਜਾਂ ਸਾਡੇ ਕੋਲ ਪੂਰਾ ਪਲਾਨ ਹੈ ਕਿ ਕਿਵੇਂ ਕਿਸਾਨਾਂ ਨੂੰ ਵਧੀਆ ਫਿਊਚਰ ਦਿੱਤਾ ਜਾ ਸਕਦਾ ਹੈ। ਦੇਖੋ ਗੌਰਵ ਜੀ, ਗੱਲ ਇਹ ਹੈ ਵੀ ਇੰਪਰੂਵਮੈਂਟ ਵਾਸਤੇ ਹਰ ਜਗ੍ਹਾ ਦੇ ਉੱਤੇ ਸਕੋਪ ਹੁੰਦਾ। ਜੋ ਇਹ ਜਿਹੜੀ ਗੱਲ ਇੱਕ ਆਪਣੀ ਗੱਲ ਕਰਕੇ ਜਾਂਦੇ ਨਾ ਮੇਰੇ ਆਪ ਵਾਲੇ ਸਾਥੀ, ਵੀ ਉਹ ਦੇਖੋ ਜੀ ਪਹਿਲੇ 70 ਸਾਲਾਂ ਦੀ, ਇਹਨਾਂ ਦੇ ਵਿੱਚੋਂ ਨਾ 80 ਕੇ 85 ਕੇ 90% ਸਾਰੇ ਉਹਨਾਂ ਪਾਰਟੀਆਂ ਚੋਂ ਆਏ ਹੋਏ ਆ। ਇਹ ਦਿੱਲੀ ਵਾਲੀ ਜਮਨਾ ਚ ਨਹਾ ਕੇ ਕਿਤੇ ਉਹ ਪਵਿੱਤਰ ਨਹੀਂ ਹੋ ਗਏ, ਇਹ ਉਹਨਾਂ ਚੋਂ ਆਏ ਹੋਏ ਜਿਹੜੀਆਂ 70 ਸਾਲ ਪਾਰਟੀਆਂ ਇੱਥੇ ਉਹ ਸੀਗੇ ਜਦੋਂ ਇਹ ਆਮ ਆਦਮੀ ਹੈ ਨਹੀਂ ਸੀ। ਜਾਂ ਆਮ ਆਦਮੀ ਚ ਮੈਂ ਤੁਹਾਨੂੰ ਲੁਧਿਆਣੇ ਦੀ ਐਗਜ਼ਾਮਪਲ ਦਿੰਦਾ, ਜਦੋਂ 7 MLA ਆ, 6 ਤਾਂ 10 ਦਿਨ ਪਹਿਲਾਂ ਜੁਆਇਨ ਕੀਤੇ ਆ ਕਾਂਗਰਸ ਛੱਡ ਕੇ। ਇਸ ਕਰਕੇ ਇਹ ਉਹ ਉਹਨਾਂ ਪਾਰਟੀਆਂ ਚੋਂ ਆਏ ਹੋਏ ਆ। ਦੂਜੀ ਗੱਲ, ਜਿਹੜੀਆਂ ਗੱਲਾਂ ਸਾਡੇ ਆਪ ਦੇ ਸਾਥੀ ਕਹਿੰਦੇ ਆ ਬਿਲਕੁਲ ਸਹੀ ਲੱਗਦੀਆਂ ਨੇ, ਪਰ ਜਦੋਂ ਅਸੀਂ ਇਹਨੂੰ ਪ੍ਰੈਕਟੀਕਲ ਦੇਖਦੇ ਆ ਸਾਨੂੰ ਕਿਤੇ ਨਾ ਕਿਤੇ ਉਹਨਾਂ ਗੱਲਾਂ ਦੇ ਉੱਤੇ ਇਹਨਾਂ ਤੋਂ ਕਿਸੇ ਨਾ ਹੋਰ ਕਿਸਮ ਦੀਆਂ ਇਹਨਾਂ ਦਾ ਜਿਹੜਾ ਹੈ ਅਹਿਸਾਸ ਸਾਨੂੰ ਹੁੰਦਾ ਹੈ। ਜਿਵੇਂ ਅਸੀਂ ਕੱਲ ਦੀ ਗੱਲ ਦੇਖੀਏ, ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਬਾਅਦ ਕਿਸਾਨੀ ਨੂੰ ਸਾਡੇ ਸੋਸ਼ਲ ਮੀਡੀਆ ਤੇ ਐਡੀ ਬੰਬਾਰਡਮੈਂਟ ਹੋਈ ਆਪ ਵੱਲੋਂ ਵੀ ਅੱਗਾ ਵੀ ਇਹ ਲਾਉਂਦੇ ਨੇ, ਐਕਸੀਡੈਂਟ ਵੀ ਇਹ ਕਰਾਉਂਦੇ ਨੇ, ਇਹ ਨਿਆਣੇ ਮਰਵਾਤੇ, ਆਹ ਕਰਾਤਾ। ਮੀਨਸ ਜੋ ਸੋਸ਼ਲ ਮੀਡੀਆ ਤੇ ਸਾਰਾ ਦਿਨ ਚੱਲਿਆ ਕੱਲ ਰਾਤ ਤੋਂ, ਉਹ ਆਮ ਆਦਮੀ ਪਾਰਟੀ ਵੱਲੋਂ ਉਹ ਜਿਹੜੀਆਂ ਸਾਡੇ ਆਪ ਦੇ ਬੁਲਾਰੇ ਗਰੇਵਾਲ ਸਾਹਿਬ ਕਹਿ ਰਹੇ ਨੇ ਉਹਦੇ ਨਾਲ ਮੇਲ ਨਹੀਂ ਖਾਂਦੀਆਂ ਉਹ ਗੱਲਾਂ। ਇਸ ਕਰਕੇ ਜਿਸ ਕਿਸਾਨੀ ਦੇ ਨਾਲ ਸਾਰਾ ਪੰਜਾਬ ਤੁਰਿਆ ਸੀ, ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਸੋਸ਼ਲ ਮੀਡੀਆ ਤੇ ਜਿਹੜੀ ਕਮੈਂਟਿੰਗ ਹੋਈ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਰ ਦਿੱਤੀ। ਮੈਂ ਕਹਿੰਦਾ ਜੀ ਬਿਲਕੁਲ ਪਲਾਨ ਸੀ। ਜੋ ਮਾਨ ਸਾਹਿਬ ਨੇ ਕਿਹਾ ਵੀ ਜੀ ਪਾਣੀ ਦਾ ਉਹ ਹੈ, ਤੁਸੀਂ ਅੱਗ ਲਾਉਣ ਵਾਲਿਆਂ ਦੀ ਨਹੀਂ ਉਹ ਕਰਦੇ, ਉਸੇ ਤੇ ਹੀ ਚੱਲੀ ਹੈ ਨਾ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ। ਪੀਰ ਮੁਹੰਮਦ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ, ਪਰ ਛੋਟਾ ਜਿਹਾ ਜਵਾਬ ਅਹਿਬਾਬ ਗਰੇਵਾਲ ਜੀ। ਦੇਖੋ ਹਰਜੀਤ ਗਰੇਵਾਲ ਜੀ ਨੇ ਵੀ ਵਿਚਾਲੇ ਕਹਿ ਦਿੱਤਾ ਕਿ ਬਿਲਕੁਲ ਠੀਕ ਕਹਿ ਰਹੇ ਨੇ ਸੁਖਦੇਵ ਜੀ। ਬਿਲਕੁਲ ਦੇਖੋ 3 ਪੁਆਇੰਟਸ ਨੇ। ਪਹਿਲੀ ਗੱਲ, ਇਹ ਦਰਿਆਵਾਂ ਨੂੰ ਜੋੜਨ ਦੀ ਗੱਲ ਕਰਦੇ, ਜਿਹੜਾ ਦਰਿਆ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਉਹ ਤਾਂ ਰੋਕ ਲਈਏ। ਇੰਡਸ ਵਾਟਰ ਟ੍ਰੀਟੀ ਚ 3 ਸਾਡੀਆਂ ਸੀ, ਉਹਨਾਂ ਚੋਂ ਇੱਕ ਦਾ ਪਾਣੀ ਪੂਰਾ ਦਾ ਪੂਰਾ ਪਾਕਿਸਤਾਨ ਨੂੰ ਜਾ ਰਿਹਾ, ਉਹ ਤਾਂ ਰੋਕ ਲਈ ਆਪਾਂ ਘੱਟੋ ਘੱਟ। ਉਨਾ ਕੀ ਆ ਗਿਆ, ਪੰਜਾਬ ਹਰਿਆਣੇ ਦਾ ਮੁੱਕਦਾ ਹੀ ਨਹੀਂ, ਉਹ ਵੀ ਸਾਡੇ ਭਰਾ ਹੀ ਨੇ, ਬਾਹਰੋਂ ਨਹੀਂ ਗਏ। ਦੂਜੀ ਗੱਲ, ਇੰਪਰੂਵਮੈਂਟ ਲਈ ਸਕੋਪ ਤਾਂ ਹੈ ਕਿਉਂਕਿ ਸਟੈਂਡਰਡਸ ਹੀ ਬੜੇ ਲੋ ਨੇ। ਪਿਛਲੇ 25 ਸਾਲਾਂ 'ਚ ਕੋਆਪਰੇਟਿਵ ਮਹਿਕਮੇ ਜਿਹੜੇ ਬਣੇ ਸੀਗੇ ਪੰਜਾਬ 'ਚ ਕਿਸਾਨੀ ਸੁਧਾਰਨ ਲਈ, ਉਹਨਾਂ ਦਾ ਕੰਮ ਕੀ ਹੋ ਗਿਆ ਕਿ ਪੈਸੇ ਬਣਾ ਲਓ ਤੇ ਕਿਸਾਨੀ ਨੂੰ ਬਰਬਾਦ ਕਰ ਦਿਓ। ਤੀਜੀ ਗੱਲ, ਮੈਂ ਇੱਕ ਗੱਲ ਕਹਿਣਾ ਜੀ ਕਿ ਹੁਣ ਲੜਾਓ ਨਾ। ਕਿਸਾਨ ਵੀਰਾਂ ਨੂੰ ਇੱਕ ਗੱਲ ਕਹਿਣਾ ਕਿ ਕੋਈ ਗੱਲ ਹੈ, ਕੋਈ ਛੋਟੀ ਜੀ ਗੱਲ ਹੈ, ਦੇਖੋ ਦੋ ਪੱਖ ਗੁੱਸੇ ਨੇ ਜਾਂ ਦੋ ਪੱਖ ਇੱਕ ਦੂਜੇ ਦੇ ਖਿਲਾਫ ਖੜੇ ਨੇ। ਮੈਂ ਕਹਿੰਦਾ ਮਾੜਾ ਮੋਟਾ ਕੁਝ ਹੋਊਗਾ, ਪਰ ਅੱਜ ਜਦੋਂ ਜੱਫੀ ਪਾ ਕੇ ਦੋਵੇਂ ਖੜੇ ਸੀ, ਪਿਓ ਪੁੱਤ ਲੱਗਦੇ ਸੀ ਜੀ, ਸਿੱਧੀ ਜੀ ਗੱਲ ਆ। ਮੈਂ ਕੀ ਕਹਾਂ, ਪਿਓ ਪੁੱਤ ਲੱਗਦੇ ਸੀ, ਤੇ ਜੇ ਪਿਓ ਤੇ ਪੁੱਤ ਨੇ ਗੱਲ ਕਰ ਲਈ, ਕੀ ਲੋੜਾ ਆ ਗਿਆ? ਸਾਨੂੰ ਆਪਸ 'ਚ ਬਹਿ ਕੇ ਖਤਮ ਤਾਂ ਕਰ ਲੈਣ ਦਿਓ, ਆਪਣੀ ਸਿਆਸਤ ਬਾਅਦ 'ਚ ਮੁਕਾਓ। ਤੁਸੀਂ ਜੋ ਕਿਸਾਨੀ ਲਈ ਕੀਤਾ ਨਹੀਂ ਕੀਤਾ, ਤੁਸੀਂ ਅੱਜ ਸੋਚ ਕੇ ਆਏ ਹੋ ਕਿ ਚੰਗੀਆਂ ਗੱਲਾਂ ਕਰਕੇ ਆਣੀਆਂ। ਨਹੀਂ ਗੌਰਵ ਜੀ, ਮੈਂ ਚੰਗੀ ਗੱਲ ਹੈ, ਮਤਲਬ ਵਧੀਆ ਗੱਲ ਕਰਨ ਦੇ ਵਿੱਚ ਕੀ ਪ੍ਰੋਬਲਮ ਹੈ? ਜਿਹੜੀ ਗੱਲ ਸੁਣ ਕੇ ਕੋਈ ਸਕੂਨ ਮਿਲੇ ਉਸ ਦੇ ਵਿੱਚ ਪ੍ਰੋਬਲਮ ਕੀ ਹੈ? ਉਸ ਨੂੰ ਕਰਨ ਨੂੰ ਜਾਂ ਫਿਰ ਉਸ ਨੂੰ ਸੁਣਨ ਨੂੰ? ਬਿਲਕੁਲ, ਤੁਹਾਡੇ ਬੱਚੇ ਆ ਜੀ, ਤੁਹਾਡੇ ਬੱਚੇ ਆ, ਭਰਾ ਸਮਝ ਕੇ ਵਰਤ। ਠੀਕ ਹੈ, ਮੈਂ ਮਨਜੀਤ ਰਾਏ ਜੀ ਤੁਹਾਡੇ ਕੋਲ ਪਹਿਲਾਂ ਮੈਂ ਇੱਕ ਪੀਰ ਮੁਹੰਮਦ ਸਾਹਿਬ ਦਾ ਇੱਕ ਛੋਟਾ ਜਿਹਾ ਰਿਐਕਸ਼ਨ ਲੈਣਾ, ਮੇਰੇ ਕੋਲ ਸਮਾਂ ਬਹੁਤ ਥੋੜਾ ਬਚਿਆ। ਛੋਟਾ ਜਿਹਾ ਜਵਾਬ ਦੇਣਾ ਜੀ, ਛੋਟਾ ਜਿਹਾ ਜਵਾਬ। ਠੀਕ ਹੈ, ਮਨਜੀਤ ਸਿੰਘ ਮੈਂ ਜਿਹੜੀ ਗਰੇਵਾਲ ਜੀ ਨੇ ਗੱਲ ਕਹੀ, ਆਮ ਆਦਮੀ ਪਾਰਟੀ ਤੋਂ ਬੈਠੇ ਨੇ, ਜਦੋਂ ਅਸੀਂ ਕਾਂਗਰਸ ਸਰਕਾਰ ਤੋਂ ਗਲ 'ਚ ਗੁੱਠੂ ਦੇ ਕੇ 50 ਰੁਪਏ ਮਨਾਏ ਸਨ 5 ਦਿਨ, ਆ ਤਾਂ 30 ਘੰਟੇ ਚਲੋ ਮੰਨ ਗਏ, 5 ਦਿਨ ਸੜਕ ਤੇ ਬਹਿ ਕੇ ਮਨਾਏ ਸਨ, ਤੇ ਉਦੋਂ ਆਮ ਆਦਮੀ ਵਾਲੇ ਕਹਿੰਦੇ ਸੀ ਵੀ ਕਿਸਾਨਾਂ ਨੇ ਸਾਂਝ ਪਾ ਲਈ ਇਹਨਾਂ ਦੇ ਨਾਲ, ਤੇ ਹੁਣ ਤੁਹਾਡੀ ਪਾਰਟੀ ਨਾਲ ਸਾਂਝ ਪੈ ਗਈ, ਹੁਣ ਚੰਗੀ ਹੈ। ਐਦਾਂ ਨਹੀਂ ਹੁੰਦੀ, ਐ ਨਹੀਂ ਹੁੰਦੀ। ਸਾਰਿਆਂ ਦੀ ਇੱਕ ਰੇਸ਼ੋ ਰੱਖਿਆ ਕਰੋ, ਸਾਰਿਆਂ ਦੀ ਇੱਕ ਗੱਲ ਰੱਖਿਆ ਕਰੋ। ਤੁਸੀਂ ਜਿਸਲੇ ਤਾਂ ਆਪਣੇ ਤੇ ਆਉਂਦੀ ਗੱਲ, ਫੇਰ ਤਾਂ ਤੁਸੀਂ ਕਹਿੰਦੇ ਅਸੀਂ ਤੁਹਾਡੀ ਹੋ, ਤੇ ਜਿਸਲੇ ਦੂਸਰੀ ਪਾਰਟੀ ਨਾਲ ਫੇਰ ਸਾਨੂੰ ਬਣਾਉਂਦੇ ਰਾਜਨੀਤਿਕ। ਸਾਰੀਆਂ ਪਾਰਟੀਆਂ ਏਦਾਂ ਕਰਦੀਆਂ। ਇਹ ਮੈਂ ਕਹਾਂ, ਆ ਜਿਹੜੀ ਬੰਬਾਰਮੈਂਟ ਕੱਲ ਦੀ ਕੀਤੀ ਨਾ ਤੁਸੀਂ, IT ਵਿੰਗ ਤੁਹਾਡੇ ਨੇ, ਇਹ ਪਹਿਲਾਂ BJP ਕਰਦੀ ਸੀ ਜਦੋਂ ਅਸੀਂ ਦਿੱਲੀ ਬੈਠੇ ਸੀ, ਨਾ ਕੱਲ ਤੁਹਾਡੇ IT ਵਿੰਗ ਨੇ ਇੱਥੇ ਬੈਠਿਆਂ ਕਰ ਦਿੱਤੀ। ਇਸ ਕਰਕੇ ਵੀਰ ਜੀ ਦਿਲੋਂ ਸਾਫ਼ ਹੋਵੋ, ਦਿਲੋਂ। ਠੀਕ ਆ, ਤੁਹਾਡੇ ਫੈਸਲੇ ਦਾ ਸਵਾਗਤ ਕੀਤਾ ਹੀ,
ਚੰਗੇ ਫੈਸਲੇ ਦਾ ਸਵਾਗਤ ਕਰਾਂਗੇ। ਜੇ ਤੁਸੀਂ 1 ਸਾਲ ਬਾਅਦ ਕਹਿੰਦੇ ਹੋ, 1 ਸਾਲ ਬਾਅਦ ਜੇਕਰ ਤੁਸੀਂ ਸਾਨੂੰ ਪੂਰੀ ਆਮਦਨ ਦੇ ਦਿਓਗੇ ਤਾਂ ਗਾਹਾਂ ਪੱਕੇ ਵੀ ਹੋ ਜਾਓਗੇ ਸਦਾ ਲਈ, ਠੀਕ ਕੋਈ ਹੈ। ਐਡੀ ਗੱਲ ਚਲੋ ਨਹੀਂ। ਅਹਿਬਾਬ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ, ਦਿਲੋਂ ਥੋੜਾ ਜਿਹਾ ਹੁਣ ਚਾਹੋਗੇ ਇੰਤਜ਼ਾਰ ਕਰੋ। ਕਰਿਓ। ਮੈਂ ਇੱਕ ਵਾਰੀ ਕਰਨੈਲ ਸਿੰਘ ਪੀਰ ਮੁਹੰਮਦ ਜੀ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਪੀਰ ਮੁਹੰਮਦ ਸਾਹਿਬ, ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਇਸ ਸਮੇਂ ਸਰਕਾਰ ਦੇ ਨੁਮਾਇੰਦੇ ਦੱਸ ਰਹੇ ਨੇ, ਅਗਲੇ 1 ਸਾਲ ਦਾ ਰੋਡ ਮੈਪ ਜਾਂ ਅਗਲੇ 5 ਸਾਲ ਦਾ ਰੋਡ ਮੈਪ, ਅਕਾਲੀ ਦਲ ਨੂੰ ਲੱਗਦਾ ਕਿ ਉਸ ਦੇ ਉੱਤੇ ਚੱਲ ਕੇ ਗੱਲ ਬਣ ਸਕਦੀ ਹੈ, ਉਸ ਦੇ ਉੱਤੇ ਚੱਲ ਕੇ ਕਿਸਾਨੀ ਜਿਸ ਦੌਰ ਦੇ ਵਿੱਚ ਉੱਥੋਂ ਬਾਹਰ ਕੱਢੀ ਜਾ ਸਕਦੀ ਹੈ? ਗੌਰਵ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਸੀ ਤੇ ਮੈਂ ਕਹਿੰਦਾ ਕਿ ਸਾਰਿਆਂ ਹੀ ਨੁਮਾਇੰਦਿਆਂ ਨੂੰ ਉਹਦੇ ਤੇ ਜਵਾਬ ਦੇਣਾ ਚਾਹੀਦਾ ਸੀ। ਦੇਖੋ, ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਕਿ ਸਾਡਾ ਪੰਜਾਬ ਜਿਹੜਾ ਕਿ ਇਹ ਬੰਜਰ ਹੋ ਜਾਏਗਾ, ਕੀ ਇਹ ਰੇਗਿਸਤਾਨ ਬਣਾ ਦਿੱਤਾ ਜਾਵੇਗਾ, ਕੀ ਇੱਥੇ ਇਸ ਤਰੀਕੇ ਦੀ ਕੋਈ ਯੋਜਨਾ ਸਾਡੇ ਕੋਲ ਨਹੀਂ ਹੈਗੀ। ਉਸ ਦੇ ਉੱਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਕਿਸਾਨ ਯੂਨੀਅਨਾਂ ਨੇ ਕੱਲ ਅੱਜ ਜਿਹੜੀ ਮੀਟਿੰਗ ਕੀਤੀ ਹੈ, ਲੇਕਿਨ ਉਸ ਮੀਟਿੰਗ ਤੋਂ ਪਹਿਲਾਂ ਜਿਹੜਾ 30 ਘੰਟੇ ਦਾ ਸੰਘਰਸ਼ ਹੋਇਆ ਪੰਜਾਬ ਦਾ ਇੱਥੇ ਮੋਹਾਲੀ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ, ਉਸ ਦਾ ਸਾਨੂੰ ਬਹੁਤ ਵੱਡਾ ਮੁੱਲ ਵੀ ਚੁਕਾਉਣਾ ਪਿਆ ਹੈ। ਕਿਉਂਕਿ ਜਿਵੇਂ ਆਈਟੀ ਵਿੰਗਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਦੁਰਪ੍ਰਚਾਰ ਕੀਤਾ ਹੈ ਤੇ 2 ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਸੀ। ਇੱਕ ਬੱਸ ਐਕਸੀਡੈਂਟ ਹੋਇਆ ਕਿ ਅੱਗ ਲੱਗੀ ਹੋਈ ਸੀ ਤੇ ਬੱਚੇ ਜਿਹੜੇ ਵਿੱਚ ਝੁਲਸ ਗਏ, ਬਹੁਤ ਮਾੜੀ ਘਟਨਾ ਵਾਪਰੀ ਸੀ। ਉਸ ਤੋਂ ਬਾਅਦ ਇੱਕ ਬੱਚੀ ਜਿਹੜੀ ਏ ਉਹ ਜਿੰਦਾ ਜਲ ਗਈ, ਉਸ ਨੂੰ ਵੀ ਕਿਸਾਨਾਂ ਦੇ ਨਾਲ ਜੋੜ ਦਿੱਤਾ ਗਿਆ, ਜਦੋਂ ਕਿ ਡੱਲੇਵਾਲ ਸਾਹਿਬ ਨੇ ਬੜਾ ਕਲੀਅਰ ਕਿਹਾ ਹੈ ਕਿ ਕੋਈ ਕਬਜ਼ਾ ਲੈਣ ਆਏ ਸੀ ਲੋਕ, ਉਹਨਾਂ ਨੇ ਅੱਗ ਲਗਾਈ ਸੀ, ਉਹਨਾਂ ਨੂੰ ਕਿਸਾਨਾਂ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਸੀ। ਇਸੇ ਤਰ੍ਹਾਂ ਜਿਹੜੀ ਇੱਕ ਘਟਨਾ ਕੋਈ ਵਾਪਰ ਜਾਂਦੀ ਏ ਤਾਂ ਉਸ ਨੂੰ ਲੈ ਕੇ ਕਿਸਾਨਾਂ ਦੇ ਉੱਪਰ ਜਿਹੜਾ ਦੁਰਪ੍ਰਚਾਰ ਕੀਤਾ ਜਾਂਦਾ ਹੈ, ਉਸ ਦਾ ਹੱਲ ਕੌਣ ਕੱਢੇਗਾ? ਸਭ ਤੋਂ ਮੇਨ ਗੱਲ ਇਹ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਵਿੰਗਾਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਨੂੰ ਏਜੰਡੇ ਦੇ ਵਿੱਚ ਰੱਖੋ ਕਿ ਜਿਹੜਾ ਇਹ ਪ੍ਰਚਾਰ ਦਿੱਲੀ ਤੋਂ ਲਗਾਤਾਰ ਕੇਜਰੀਵਾਲ ਸਾਹਿਬ ਪਹਿਲਾਂ ਵੀ ਕਰਦੇ ਰਹੇ ਨੇ ਕਿ ਇੱਥੋਂ ਧੂਆਂ ਜਿਹੜਾ ਦਿੱਲੀ ਜਾਂਦਾ ਹੈ, ਉੱਥੋਂ ਦੇ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਹੁੰਦੇ ਨੇ। ਅੱਜ ਉਹਨਾਂ ਦੇ ਕੋਲ ਸਰਕਾਰ ਦਾ ਸਾਰਾ ਕੰਟਰੋਲ ਹੈ ਤੇ ਜਿਸ ਤਰੀਕੇ ਨਾਲ ਟਵੀਟ ਹੋ ਰਹੇ ਨੇ, ਜਿਸ ਤਰੀਕੇ ਨਾਲ ਸੀਐਮ ਸਾਹਿਬ ਨੇ ਵੀ 2 ਸਟੇਟਮੈਂਟਾਂ ਦਿੱਤੀਆਂ ਨੇ, ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਹੜਾ ਕਿਸਾਨਾਂ ਦੇ ਉੱਪਰ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਹ ਆਪਣੇ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਅੱਗਾਂ ਲਾਉਂਦੇ ਨੇ ਤੇ ਉਸ ਦੇ ਨਾਲ ਵਾਤਾਵਰਨ ਜਿਹੜਾ ਵਿਗੜਦਾ ਹੈ, ਉਸ ਨੂੰ ਕਿਵੇਂ ਠੀਕ ਕੀਤਾ ਜਾਵੇ ਔਰ ਕਿਸਾਨਾਂ ਦੀ ਜਿਹੜੀ ਮਜਬੂਰੀ ਹੈ ਉਸ ਨੂੰ ਕਿਵੇਂ ਠੀਕ ਕੀਤਾ ਜਾਵੇ। ਕਿਸਾਨਾਂ ਨੇ ਆਪਣੀ ਜ਼ਮੀਨ ਨੂੰ ਪੱਧਰੀ ਕਰਕੇ ਉੱਥੇ ਫਿਰ ਅਗਲੀ ਫਸਲ ਤਿਆਰ ਲਗਾਉਣੀ ਹੁੰਦੀ ਹੈ, ਇਸੇ ਤਰ੍ਹਾਂ ਕਣਕ ਦਾ ਮਸਲਾ ਹੁੰਦਾ। ਤਾਂ ਇਹ ਜਿਹੜਾ ਮਸਲਾ ਹੈ ਸਾਡੇ ਸਾਹਮਣੇ ਆ, ਇਸ ਨੂੰ ਐਮਐਸਪੀ ਨੂੰ ਔਰ ਕਿਸਾਨਾਂ ਨੂੰ ਸਹੀ ਢੰਗ ਨਾਲ ਬਿਜਲੀ। ਦੂਜੀ ਰਾਏ ਸਾਹਿਬ, ਉਹ ਬੜੀ ਇੱਕ ਡੂੰਘੀ ਸਾਜ਼ਿਸ਼ ਹੈ ਕਿ ਪੰਜਾਬ ਨੂੰ ਜਿਹੜਾ ਬਾਕੀ ਬਚਿਆ ਹੋਇਆ ਪਾਣੀ ਉਹ ਕਿਵੇਂ ਇਥੋਂ ਲੁੱਟਿਆ ਜਾਵੇ। ਦੇਖੋ, ਕੇਂਦਰ ਸਰਕਾਰ ਦੀ ਗਡਕਰੀ ਸਾਹਿਬ ਲਗਾਤਾਰ ਇਹ ਕਹਿੰਦੇ ਰਹਿੰਦੇ ਆ ਇੰਟਰਲਿੰਕ ਸਾਰਾ ਇਸ ਤਰ੍ਹਾਂ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ ਨੂੰ, ਜਿਹੜਾ ਹਰਿਆਣੇ ਨੂੰ, ਜਿਹੜਾ ਦਿੱਲੀ ਨੂੰ ਔਰ ਅਲੱਗ-ਅਲੱਗ ਸਟੇਟਾਂ ਨੂੰ ਜਾ ਰਿਹਾ, ਉਹਦੀ ਰਿਐਲਿਟੀ ਤੁਸੀਂ ਨਦੀਆਂ ਜੋੜਨ ਵਾਲੇ ਇਸ਼ੂ ਦੇ ਉੱਪਰ ਕਹਿ ਰਹੇ ਹੋ, ਉਸ ਦੇ ਉੱਤੇ ਗੱਲ ਇੱਕ ਡੂੰਗੀ ਸਾਜ਼ਿਸ਼ ਤੁਸੀਂ ਇਹ ਕਹਿ ਰਹੇ ਹੋ ਪੀਰ ਮੁਹੰਮਦ ਸਾਹਿਬ? ਆਹੀ ਤਾਂ ਝਗੜਾ ਸਾਰਾ। ਮੈਂ ਗੱਲ ਕਹਿਣੀ ਚਾਹੁੰਦਾ ਸਮਾਂ ਖਤਮ ਹੋ ਚੱਲਿਆ, ਮੈਨੂੰ ਵਿਚਾਲੇ ਰੁਕਣਾ ਪਏਗਾ। ਪਰ ਹਰਜੀਤ ਗਰੇਵਾਲ ਜੀ, ਇੱਕ ਛੋਟਾ ਜਿਹਾ ਕਮੈਂਟ, ਕੀ ਕੇਂਦਰ ਦਾ ਸਾਥ ਮਿਲੇਗਾ? 500 ਰੁਪਏ ਬੋਨਸ ਵੀ ਮੰਗਿਆ ਜਾ ਰਿਹਾ ਕਣਕ ਦੇ ਉੱਤੇ, ਬਾਸਮਤੀ ਦਾ ਐਮਐਸਪੀ, ਬਹੁਤ ਸਾਰੇ ਇਸ਼ੂਜ਼ ਨੇ, ਕੇਂਦਰ ਦੀ ਮਦਦ ਚਾਹੀਦੀ ਹੋਏਗੀ ਪੰਜਾਬ ਨੂੰ। ਦੇਖੋ, ਜਿਸ ਤਰ੍ਹਾਂ ਦੂਸਰੀਆਂ ਸਟੇਟਾਂ ਨਾਲ ਕੇਂਦਰ ਵਿਵਹਾਰ ਕਰਦਾ ਉਸੇ ਤਰ੍ਹਾਂ ਦਾ ਪੰਜਾਬ ਨਾਲ ਵੀ ਕਰੇਗਾ। ਕੋਈ ਐਸੀ ਗੱਲ ਨਹੀਂ ਹੈ ਕੇਂਦਰ ਦੀ ਤਰਫੋਂ, ਇਹ ਤਾਂ ਐਵੇਂ ਇੱਕ ਬਦਨਾਮ ਕਰਨ ਦੀ ਆਪਾਂ ਨੀਤੀ ਚਲਾ ਲਈ। ਸਹਿਯੋਗ ਦਾ ਵੀ ਕੰਮ ਸ਼ੁਰੂ ਕਰੀਏ ਤੇ ਜੇ ਅਸੀਂ ਜਿਸ ਤਰ੍ਹਾਂ ਕਿਸਾਨ ਨੇ ਉਹ ਵੀ ਸਹਿਯੋਗ ਕਰਨ, ਸਰਕਾਰ ਵੀ ਪੰਜਾਬ ਦੀ ਵੀ ਸੁਹਿਰਦ ਰਹੇ, ਕੇਂਦਰ ਦੀ ਤਰਫੋਂ ਵੀ ਹੋਵੇ। ਇਹ ਬਚਣਾ ਹੀ ਪੰਜਾਬ ਤਾਂ, ਨਹੀਂ ਤਾਂ ਪੰਜਾਬ ਨਹੀਂ ਬਚਣਾ। ਔਰ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਆਉਣ ਵਾਲੇ 4-5 ਸਾਲ ਲੱਗਣੇ ਆ, 1 ਘੰਟੇ 'ਚ ਨਹੀਂ ਹੋਣਾ। ਕਿਉਂਕਿ ਇਹ ਜੇ ਜ਼ਮੀਨ ਦਾ ਜਿਹੜਾ ਗਰਾਊਂਡ ਵਾਟਰ ਲੈਵਲ ਆ ਉਹਨੂੰ ਠੀਕ ਕਰਨਾ, ਟੇਬਲ ਨੂੰ ਠੀਕ ਕਰਨਾ, ਤਾਂ ਉਹਦੇ ਲਈ ਵੀ ਸਾਨੂੰ ਇੱਕ ਠੋਸ ਨੀਤੀ ਬਣਾਉਣੀ ਪੈਣੀ ਆ। ਬਾਕੀ ਵੀ ਜਿਹੜੀਆਂ ਜ਼ੀਰੋ ਲਾਗਤ ਖਰਚੇ ਵਾਲੀ ਖੇਤੀ ਹੋਵੇ ਤੇ ਤਦੀ ਲਾਭ ਵਾਲੀ ਖੇਤੀ ਹੋਏਗੀ, ਔਰ ਫਿਰ ਕਿਸਾਨ ਦੀ ਫਸਲ ਚੁੱਕਣ ਦੀ ਗਰੰਟੀ ਹੋਵੇ, ਔਰ ਜਿਹੜਾ ਸਪਲਾਈ ਐਂਡ ਡਿਮਾਂਡ ਆ ਉਸ ਦੇ ਉੱਪਰ ਸਰਕਾਰ ਸਖਤ ਹੋ ਕੇ ਕੰਮ ਕਰੇ ਤਾਂ ਕਿਸਾਨ ਨੂੰ ਉਹਦਾ ਲਾਭ ਹੋਏਗਾ। ਔਰ ਜਿਹੜਾ ਮੈਂ ਪਹਿਲਾਂ ਕਿਹਾ ਹੈਗਾ,
ਜਿਸ ਤਰ੍ਹਾਂ ਆਟੇ ਦੀ ਪ੍ਰੋਸੈਸਿੰਗ ਦਾ ਔਰ ਕਣਕ ਦੀ ਉਸ ਦਾ ਕੀਮਤ ਦਾ ਫਰਕ ਆ ਬਹੁਤ ਜ਼ਿਆਦਾ, ਉਹ ਕਿਹਦੇ ਕੋਲ ਜਾਂਦਾ? ਉਹ ਕਿਸਾਨ ਕੋਲ ਤਾਂ ਜਾਂਦਾ ਨਹੀਂ ਹੈ। ਬਿਲਕੁਲ। ਉਹ ਜਦੋਂ ਮਤਲਬ ਕਿਸਾਨ ਕੋਈ ਵੀ ਨੂੰ ਚੀਜ਼ ਲਾਭ ਕਹਿ ਲਈਏ ਮਿਲਣ ਆਪਾਂ। ਲੱਗੇਗਾ ਉਹ ਪ੍ਰੋਸੈਸਿੰਗ ਦਾ, ਤਾਂ ਕਿਸਾਨ ਖੁਸ਼ਹਾਲ ਹੋਏਗਾ। ਵੈਸੇ ਅਸੀਂ ਇਹਨੂੰ ਖੁਸ਼ਹਾਲ ਨਹੀਂ ਕਰ ਸਕਦੇ। ਬਿਲਕੁਲ, ਕਿਉਂਕਿ ਸਬਜ਼ੀ ਵੀ ਖਰੀਦਣ ਚਲੇ ਜਾਓ ਤਾਂ ਫਿਰ ਉਹ ਇੰਨੀ ਮਹਿੰਗੀ ਹੈ, ਹਾਂਜੀ, ਫਿਰ ਲੋਕ ਕਹਿੰਦੇ ਨੇ ਕਿ ਕਿਸਾਨਾਂ ਕੋਲ ਪਹੁੰਚਿਆ ਨਹੀਂ, ਸਾਨੂੰ ਇੰਨਾ ਮਹਿੰਗਾ ਮਿਲਿਆ। ਉਹਦੇ ਤੇ ਸਾਰੇ ਮਿਲ ਕੇ ਵਿਚਾਰ ਕਰਨ ਔਰ ਠੀਕ ਹੈ। sympathetic ਅਹਿਬਾਬ ਜੀ ਛੋਟਾ ਜਿਹਾ ਕਮੈਂਟ ਪਲੀਜ਼, ਮੇਰੇ ਕੋਲ ਸਮਾਂ ਖਤਮ ਹੋ ਚਲਿਆ, ਪਰ ਤੁਸੀਂ ਬਹੁਤ ਦੇਰ ਦੇ ਕੁਝ ਕਹਿਣਾ ਚਾਹ ਰਹੇ ਹੋ। ਅਸੀਂ ਗੱਲ ਕਰ ਰਹੇ ਹਾਂ ਰੇਨ ਵਾਟਰ ਹਾਰਵੈਸਟਿੰਗ ਦੀ, ਉਹਦੇ ਨਾਲ ਪਾਣੀ ਬਚੇਗਾ। ਪਾਣੀ ਜਾਣ ਤਾਂ ਦੇਣਾ ਨਹੀਂ, ਪਾਕਿਸਤਾਨ ਨੂੰ ਰੋਕੀਏ, ਪਹਿਲੀ ਗੱਲ। ਦੂਜੀ ਗੱਲ, ਸੈਂਟਰ ਨਾ MSP ਕਰ ਦੇਵੇ ਤੇ ਬਾਸਮਤੀ ਦੇ ਐਕਸਪੋਰਟ ਤੇ ਰੋਕ ਨਾ ਲਾਵੇ, ਪੈਸਾ ਤਾਂ ਦੁੱਗਣਾ ਤਿੱਗਣਾ ਕਿਸਾਨਾਂ ਨੂੰ ਆ ਜਾਊਗਾ। ਕਿਉਂਕਿ ਹੁੰਦਾ ਕੀ ਹੈ, ਬਾਸਮਤੀ ਹੁੰਦੀ ਹੈ ਪੰਜਾਬ ਹਰਿਆਣੇ 'ਚ ਜਿਹੜੀ ਪੇਟੈਂਟਡ ਹੈ, ਉਹਦੇ ਤੇ ਲੱਗ ਜਾਂਦੀ ਹੈ ਐਕਸਪੋਰਟ ਤੇ ਰੋਕ। ਪੈਸੇ ਬਣਾਉਂਦੇ ਆ ਕੌਣ? ਕੁਛ ਵਪਾਰੀ। ਅਸੀਂ ਕਹਿੰਦੇ ਹਾਂ ਅਸੀਂ ਪ੍ਰੋਸੈਸ ਕਰਾਂਗੇ, ਜਿਹੜੇ ਕੋਆਪਰੇਟਿਵ ਦਾ ਸੱਤਾ ਨਾਲ ਵੱਜਿਆ, ਅਸੀਂ ਚਲਾਵਾਂਗੇ ਬਾਸਮਤੀ ਪੰਜਾਬ ਦੇ ਕਿਸਾਨ ਦੀ, ਐਕਸਪੋਰਟ ਤੇ ਪੰਜਾਬ ਦੇ ਕਿਸਾਨ ਨੂੰ ਮਿਲੇਗਾ। ਤੀਜੀ ਗੱਲ ਗੌਰਵ ਜੀ, ਇੱਕ ਤੀਜੀ ਗੱਲ, ਕਿਸਾਨ ਵੀਰਾਂ ਨੂੰ ਬੇਨਤੀ ਹੈ, ਇੱਕ ਮੌਕਾ ਦੇ ਕੇ ਦੇਖੋ, ਸਾਫ਼ ਨੀਤ ਨਾਲ ਤੁਹਾਡੇ ਪੁੱਤਾਂ ਤੁਹਾਡੇ ਭਰਾ ਰਲ ਕੇ ਦਾ ਕੰਮ ਕਰੀਏ, ਇੱਕ ਵਾਰੀ ਤਾਂ ਕਰੀਏ, ਇੱਕ ਵਾਰੀ ਕਰਕੇ ਦੇਖੀਏ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਗਰੇਵਾਲ ਸਾਹਿਬ, ਮੌਕਾ ਆਲਰੇਡੀ ਮਿਲ ਚੁੱਕਿਆ ਤੁਹਾਨੂੰ, 92 ਸੀਟਾਂ ਪੰਜਾਬੀਆਂ ਨੇ ਦੇ ਦਿੱਤੀਆਂ ਨੇ। ਹੁਣ ਤੁਹਾਡੇ ਉੱਪਰ ਜ਼ਿੰਮੇਵਾਰੀ ਹੈ ਕਿ ਤੁਸੀਂ ਕਰਕੇ ਦਿਖਾਓ ਕਿ ਹੁਣ 92 ਸੀਟਾਂ ਦੇ ਜ਼ਰੀਏ। ਖੈਰ, ਜੋ ਹਰਜੀਤ ਗਰੇਵਾਲ ਜੀ ਨੇ ਗੱਲ ਕਹੀ ਕਿ ਅਗਲੇ 4 ਸਾਲ 5 ਸਾਲ ਦੇ ਵਿੱਚ ਕੁਝ ਨਾ ਕੁਝ ਐਸਾ ਪਲਾਨ ਕਰਨਾ ਹੋਏਗਾ ਕਿ ਚੀਜ਼ਾਂ ਠੀਕ ਹੋ ਸਕਣ, ਕਿਸਾਨਾਂ ਤੱਕ ਕੋਈ ਰਾਹਤ ਪਹੁੰਚਾਈ ਜਾ ਸਕੇ, ਉਹ 1 ਘੰਟੇ ਦੇ ਵਿੱਚ ਨਹੀਂ ਹੋ ਸਕਦੀਆਂ। ਪਰ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਕਿਸੇ 1 ਘੰਟੇ ਦੇ 1 ਮਿੰਟ ਦੇ ਵਿੱਚ ਲਿਆ ਗਿਆ ਸਰਕਾਰ ਦੇ ਵੱਲੋਂ ਕੋਈ ਫੈਸਲਾ, ਉਹ ਅਗਲੇ 5 ਸਾਲ ਦੇ ਵਿੱਚ ਇੰਪਲੀਮੈਂਟ ਕਰਕੇ ਕਿਸਾਨਾਂ ਤੱਕ ਜ਼ਰੂਰ ਰਾਹਤ ਪਹੁੰਚਾ ਸਕਦਾ ਹੈ। ਤੇ ਉਹ ਘੰਟਾ ਕਦੋਂ ਆਉਂਦਾ ਹੈ ਤੇ ਉਸ ਘੰਟੇ ਦੇ ਵਿੱਚ ਉਹ 1 ਮਿੰਟ ਕਿਹੜਾ ਹੋਏਗਾ? ਜਦੋਂ ਸਰਕਾਰੀ ਪੈਨ ਚੱਲੇਗਾ ਤੇ ਕੋਈ ਅਜਿਹੀ ਯੋਜਨਾ ਬਣ ਜਾਏਗੀ ਜਿਸ ਦੇ ਨਾਲ ਕਿਸਾਨਾਂ ਨੂੰ ਰਾਹਤ ਪਹੁੰਚ ਜਾਏਗੀ। ਖੈਰ, ਅੰਦੋਲਨ ਹੋਇਆ ਤੇ ਉਸ ਦਾ ਨਿਬੇੜਾ ਵੀ 30 ਘੰਟੇ ਦੇ ਵਿੱਚ ਹੋ ਗਿਆ, ਯਾਨੀ ਕਿ ਮੰਗਾਂ ਦੇ ਉੱਤੇ ਗੌਰ ਕਰ ਲਿਆ ਗਿਆ। ਪਰ ਉਮੀਦ ਕਰਦੇ ਹਾਂ ਕਿ ਜ਼ਰੂਰਤ ਪਵੇ ਹੀ ਨਾ ਸੜਕ ਦੇ ਉੱਤੇ ਉਤਰਨ ਦੀ ਔਰ ਸਰਕਾਰ ਤੱਕ ਗੱਲ ਪਹੁੰਚਾਉਣ ਦੇ ਲਈ ਅੰਦੋਲਨ ਕਰਨ ਦੀ, ਉਸ ਤੋਂ ਪਹਿਲਾਂ ਹੀ ਮੁੱਦੇ ਹੱਲ ਹੋ ਜਾਣ। ਪ੍ਰਾਈਮ ਟਾਈਮ ਅੱਜ ਦੇ ਲਈ